शाह बहादुर सादरै दुए मराब बुलाए जख्म लगे सुदले नहित श्री गुरु तीर पठाए दोहरा शाह बहादुर सादरै ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਪਾਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਅਤੇ ਸੰਧਿਆ ਦੇ ਨਿਤਨੇਮ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਤੇ ਕਥਾ ਦਾ ਸਮਾਂ ਹੈ, ਜੋ ਲੜੀਵਾਰ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆਪਾਂ ਪਿਛਲੇ ਲੰਮੇ ਸਮੇਂ ਤੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹਾਂ। ਗੁਰ ਇਤਿਹਾਸ ਦੀ ਸਮਾਪਤੀ ਦੇ ਨੇੜੇ ਕਥਾ ਪਹੁੰਚੀ ਹੋਈ ਹੈ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਖਣ ਦੀ ਧਰਤੀ ਦੇ ਉੱਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਬਾਅਦ ਬਿਰਾਜਮਾਨ ਹੋਏ ਹਨ। ਇੱਥੇ ਸੰਗਤਾਂ ਨੂੰ ਤਾਰ ਰਹੇ ਹਨ। ਜਿੱਥੇ ਹੋਰ ਬੇਅੰਤ ਸੰਗਤਾਂ ਆਉਂਦੀਆਂ, ਇਹਨਾਂ ਸੰਗਤਾਂ ਦੇ ਵਿੱਚ ਹੀ ਇੱਕ ਗੁਲ ਖਾਂ ਨਾਂ ਦਾ ਚੜ੍ਹਦੀ ਜਵਾਨੀ ਵਾਲਾ ਪਠਾਨ ਆਇਆ, ਜਿਸ ਨੇ ਸਮਾਂ ਪਾ ਕੇ ਦਾਅ ਘਾਹ ਤੱਕ ਕੇ ਸਤਿਗੁਰੂ ਸਾਹਿਬ ਜੀ 'ਤੇ ਵਾਰ ਕਰ ਦਿੱਤਾ ਕਟਾਰ ਦੇ ਨਾਲ। ਇਸ ਕਟਾਰ, ਇਸ ਖੰਜਰ, ਇਸ ਜਮਦਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਖੀ ਦੇ ਉੱਤੇ, ਪੇਟ ਦੇ ਉੱਤੇ ਕਾਫੀ ਗਹਿਰਾ ਜ਼ਖਮ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਕਰਨ ਵਾਲੇ ਪਠਾਨ ਨੂੰ ਨਾਲ ਦੀ ਨਾਲ ਝਟਕਾ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ ਹੈ। ਰੌਲਾ ਰੱਪਾ ਪੈਣ 'ਤੇ ਗੁਰੂ ਕੀਆਂ ਸੰਗਤਾਂ ਖਾਲਸੇ ਇਕੱਤਰ ਹੋਏ ਹਨ ਔਰ ਉਹਨਾਂ ਨੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਜ਼ਖਮ ਨੂੰ ਪਾਣੀ ਦੇ ਨਾਲ ਸਾਫ਼ ਕੀਤਾ, ਧੋਤਾ। ਦੇਖਦੇ ਹਨ ਸਤਿਗੁਰੂ ਜੀ ਦਾ ਜਾਮਾ ਚੋਲਾ ਸਾਹਿਬ ਖੂਨ ਦੇ ਨਾਲ ਲੱਥ-ਪੱਥ ਹੋ ਚੁੱਕਾ। ਜਿਸ ਬਿਸਤਰ ਦੇ ਉੱਤੇ ਵਿਰਾਜਮਾਨ ਹਨ, ਉਹ ਬਿਸਤਰਾ ਵੀ ਭਿੱਜ ਕੇ ਲਾਲ ਰੰਗ ਦਾ ਹੋ ਗਿਆ ਹੈ। ਜਿਸ ਵੇਲੇ ਐਸੀ ਹਾਲਤ ਦੇਖੀ ਤਾਂ ਗੁਰੂ ਕੀਆਂ ਸੰਗਤਾਂ ਨੇ, ਇੱਕ ਸਿਆਣੇ ਸਿੱਖ ਨੇ ਵਧੀਆ ਕਿਸਮ ਦੀ ਸੂਈ ਲੈ ਕੇ ਰੇਸ਼ਮੀ ਡੋਰ ਉਸ ਸੂਈ ਦੇ ਵਿੱਚ ਪਰੋ ਕਰਕੇ ਸਤਿਗੁਰੂ ਸਾਹਿਬ ਜੀ ਦੇ ਜ਼ਖਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਦੇ ਉੱਤੇ ਟਾਂਕੇ ਲਾ ਦਿੱਤੇ ਹਨ। ਜ਼ਖਮ ਨੂੰ ਸਿਉਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਰਾਮ ਕਰਦੇ। ਗੁਰੂ ਕੀਆਂ ਸੰਗਤਾਂ ਬੜੀ ਚਿੰਤਾ ਵਿੱਚ ਹਨ, ਪਰ ਸਤਿਗੁਰੂ ਸਾਹਿਬ ਜੀ ਹਮੇਸ਼ਾ ਸਭ ਨੂੰ ਹੌਸਲਾ ਦਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਸਾਡਾ ਰੱਖਿਅਕ ਹੈ। ਦੁਸ਼ਟ ਨੇ ਸਾਡੇ ਉੱਤੇ ਹਮਲਾ ਤਾਂ ਬੜਾ ਮਾਰੂ ਕੀਤਾ ਸੀ, ਪਰ ਫਿਰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਚਾ ਲਿਆ ਹੈ। ਇੱਧਰ ਬਹਾਦਰ ਸ਼ਾਹ ਨੂੰ ਗੁਰੂ ਕੇ ਕੁਝ ਸਿੰਘਾਂ ਨੇ ਖਤ ਲਿਖਿਆ, ਚਿੱਠੀ ਲਿਖੀ ਕਿ ਤੈਂ ਕਿਹੋ ਜਿਹੇ ਨਿਠੱਲੇ ਪਠਾਨ ਆਪਣੀ ਫੌਜ ਵਿੱਚ ਭਰਤੀ ਕੀਤੇ ਹੋਏ ਹੈ। ਉਹਨਾਂ ਵਿੱਚੋਂ ਇੱਕ ਨੇ ਸਤਿਗੁਰੂ ਸਾਹਿਬ ਜੀ ਦੇ ਉੱਤੇ ਵਾਰ ਕਰ ਦਿੱਤਾ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਤੋ ਬਹਾਦਰ ਸ਼ਾਹ
ਬੜਾ ਸਾਧ ਸੰਗਤ ਜੀ ਪਰੇਸ਼ਾਨ ਹੋਇਆ ਔਰ ਗੁੱਸੇ ਵਿੱਚ ਆ ਕੇ ਉਹਨੇ ਸਾਰੇ ਪਠਾਨ ਇਕੱਤਰ ਕਰ ਲਏ। ਸਤਿਗੁਰੂ ਸਾਹਿਬ ਜੀ ਵੱਲ ਚਿੱਠੀ ਲਿਖਦਾ, ਮਹਾਰਾਜ ਮੈਨੂੰ ਪਤਾ ਲੱਗਿਆ ਕਿ ਗੁਲ ਖਾਂ ਪਠਾਨ ਨੇ ਜਿਹੜਾ ਮੇਰੀ ਫੌਜ ਦੇ ਵਿੱਚ ਸੀ ਤੁਹਾਡੇ 'ਤੇ ਹਮਲਾ ਕੀਤਾ ਅਤੇ ਆਪ ਜੀ ਦੇ ਹੱਥੋਂ ਮੌਕੇ ਦੇ ਉੱਤੇ ਉਹ ਮਾਰਿਆ ਵੀ ਗਿਆ। ਇਸ ਲਈ ਮਹਾਰਾਜ ਪਹਿਲਾਂ ਤਾਂ ਮੈਂ ਖਿਮਾ ਚਾਹੁੰਦਾ ਹਾਂ, ਦੂਜਾ ਮਹਾਰਾਜ ਮੈਂ ਸਾਰੇ ਪਠਾਣਾਂ ਨੂੰ ਇਕੱਠੇ ਕੀਤਾ ਹੋਇਆ ਹੈ। ਆਪ ਜੀ ਕਿਰਪਾ ਕਰਕੇ ਮੈਨੂੰ ਦੱਸੋ ਇਹਨਾਂ ਨੂੰ ਕਿਹੜੀ ਸਜ਼ਾ ਦੇਵਾਂ, ਸਭ ਦੇ ਹੱਥ ਵਢਾ ਦੇਵਾਂ ਜਾਂ ਸਭ ਨੂੰ ਇੱਕ ਬੇੜੀ ਵਿੱਚ ਚੜ੍ਹਾ ਕੇ ਸਮੁੰਦਰ ਵਿੱਚ ਡੋਬਾਵਾਂ। ਸਤਿਗੁਰੂ ਨੇ ਮੋੜਵਾਂ ਜਵਾਬ ਦਿੱਤਾ, ਬਹਾਦਰ ਸ਼ਾਹ ਕਿਸੇ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ। ਜੋ ਹੋਇਆ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੋਇਆ ਹੈ। ਇਹਨਾਂ ਦਾ ਕੋਈ ਕਸੂਰ ਨਹੀਂ, ਜਿਸ ਦਾ ਕਸੂਰ ਸੀ ਉਹ ਸਜ਼ਾ ਪਾ ਚੁੱਕਾ ਹੈ। ਇਸ ਕਰਕੇ ਇਹਨਾਂ ਸਾਰਿਆਂ ਨੂੰ ਰਿਹਾ ਕਰ ਦੇ, ਸਾਰਿਆਂ ਨੂੰ ਆਪਣਾ ਕੰਮ ਕਰਨ ਦੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਰੇ ਪਾਸੇ ਜਸ ਫੈਲ ਗਿਆ ਕਿ ਸਤਿਗੁਰੂ ਜੀ ਨੇ ਪਠਾਣਾਂ ਨੂੰ ਕੁਝ ਨਹੀਂ ਕਿਹਾ ਜਿਨ੍ਹਾਂ ਦਾ ਉਹ ਸਾਥੀ ਸੀ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਦਾ ਇਲਾਜ ਕਰਨ ਵਾਸਤੇ 2 ਜਿਰਾਹ 2 ਸਰਜਨ ਬਹਾਦਰ ਸ਼ਾਹ ਨੇ ਹੈਦਰਾਬਾਦ ਦੀ ਧਰਤੀ 'ਤੇ ਬੈਠਿਆਂ ਨੇ ਸਾਧ ਸੰਗਤ ਜੀ ਦਿੱਲੀ ਤੋਂ ਮੰਗਵਾ ਕੇ ਭੇਜੇ ਹਨ। ਇਹ ਪਹਿਲਾਂ ਬਾਦਸ਼ਾਹ ਨੂੰ ਮਿਲੇ। ਬਾਦਸ਼ਾਹ ਨੇ ਇਹਨਾਂ ਨੂੰ 2 ਬੜੇ ਤੇਜ਼ ਰਫ਼ਤਾਰ ਘੋੜੇ ਦਿੱਤੇ ਤਾਂ ਕਿ ਜਲਦੀ ਸਤਿਗੁਰੂ ਸਾਹਿਬ ਜੀ ਕੋਲ ਪਹੁੰਚ ਕੇ ਇਲਾਜ ਕਰ ਸਕਣ। ਇਹਨਾਂ ਜਰਾਹਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਜ਼ਖਮ ਦਾ ਇਲਾਜ ਕੀਤਾ। ਸੋਹਣੀਆਂ ਮਲਮਾਂ ਬਣਾ ਕੇ ਲਾਈਆਂ ਜਿਹੜੀਆਂ ਜਲਦੀ ਘਾਵ ਨੂੰ ਜ਼ਖਮ ਨੂੰ ਠੀਕ ਕਰ ਸਕਣ। 15 ਦਿਨਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਜ਼ਖਮ ਬਿਲਕੁਲ ਉੱਪਰੋਂ ਮਿਲ ਚੁੱਕਿਆ ਹੈ ਔਰ ਸਤਿਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਬੜੇ ਚੰਗੇ ਤਰੀਕੇ ਦੇ ਨਾਲ 15ਵੇਂ ਦਿਨ ਇਸ਼ਨਾਨ ਪਾਣੀ ਵੀ ਕਰ ਲਿਆ ਹੈ। ਸਤਿਗੁਰੂ ਸਾਹਿਬ ਜੀ ਤੋਂ ਵਿਦਾਇਗੀ ਲੈ ਕੇ ਇਹ ਦੋਵੇਂ ਜਰਾਹ ਜਦੋਂ ਵਾਪਸ ਗਏ, ਸਤਿਗੁਰੂ ਨੇ ਬਹੁਤ ਖੁਸ਼ੀਆਂ ਬਖਸ਼ੀਆਂ, ਬੜਾ ਧਨ ਦਿੱਤਾ, ਬੜੇ ਸਿਰੋਂ ਪਾਓ ਇਹਨਾਂ ਨੂੰ ਬਖਸ਼ਿਸ਼ ਕੀਤੇ ਹਨ। ਇਹਨਾਂ ਨੇ ਜਾ ਕੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਦੱਸ ਦਿੱਤਾ ਕਿ ਅਸੀਂ ਸਤਿਗੁਰੂ ਸਾਹਿਬ ਦਾ ਇਲਾਜ ਕਰ ਆਏ ਹਾਂ, ਹੁਣ ਉਹ ਠੀਕ ਹਨ, ਹਾਲਤ ਖਤਰੇ ਤੋਂ ਬਾਹਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਇਉਂ ਬਾਦਸ਼ਾਹ ਤੋਂ ਆਗਿਆ ਲੈ ਕੇ ਵਾਪਸ ਦਿੱਲੀ ਨਗਰ ਵਿਖੇ ਗਏ। ਉੱਥੇ ਵੀ ਇਹਨਾਂ ਨੇ ਸਤਿਗੁਰੂ ਸਾਹਿਬ ਜੀ ਦੀ ਬਹੁਤ ਮਹਿਮਾ ਕੀਤੀ। ਇੱਧਰ ਸਤਿਗੁਰੂ ਜੀ ਨਿੱਤਾ ਪ੍ਰਤੀ ਦੇ ਵਾਂਗ ਆਪਣੇ ਦਰਬਾਰ ਵਿੱਚ ਆ ਕੇ ਸਜਣੇ ਆਰੰਭ ਹੋਏ। ਖਾਲਸਾ ਫਿਰ ਤੋਂ ਇਕੱਤਰ ਹੁੰਦਾ, ਸਤਿਗੁਰੂ ਸਾਹਿਬ ਜੀ ਦੇ ਆਲੇ ਦੁਆਲੇ ਬੈਠ ਕੇ ਸੋਹਣੇ ਵਿਚਾਰ ਸਤਿਗੁਰੂ ਦੇ ਸ਼ੁਭ ਉਪਦੇਸ਼ ਗੁਰੂ ਕੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਪਾਸੋਂ ਲੈਂਦੀਆਂ। ਇੱਕ ਸਾਧ ਸੰਗਤ ਜੀ ਕਾਰੀਗਰ ਸਿੱਖ ਕੋਈ ਆਏ ਜਿਨ੍ਹਾਂ ਨੇ ਬੜੇ ਵੱਡੇ ਆਕਾਰ ਦੇ 2 ਧਨੁੱਖ ਬਣਾ ਕੇ ਸਤਿਗੁਰੂ ਸਾਹਿਬ ਜੀ ਨੂੰ ਭੇਟ ਕੀਤੇ। ਸਤਿਗੁਰੂ ਸਾਹਿਬ ਜੀ ਦਰਬਾਰ ਵਿੱਚ ਜਿੱਥੇ ਬਹਿੰਦੇ ਉੱਥੇ ਅਗਲੇ ਪਾਸੇ ਹੀ ਸਭ ਪ੍ਰਕਾਰ ਦੇ ਸ਼ਸਤਰ ਸ਼ੁਭਾਇਮਾਨ ਕਰ ਲਏ ਜਾਂਦੇ। ਆਦਰ ਸਤਿਕਾਰ ਦੇ ਵਜੋਂ ਸਤਿਗੁਰੂ ਜੀ ਨੇ ਇਹ ਦੋਵੇਂ ਵੱਡੇ ਧਨੁੱਖ ਵੀ ਉੱਥੇ ਰਖਵਾ ਲਏ। ਇਹਨਾਂ ਮਿਸਤਰੀਆਂ ਨੂੰ ਬਹੁਤ ਵੱਡੇ ਇਨਾਮ ਦਿੱਤੇ। ਸਤਿਗੁਰੂ ਤੋਂ ਖੁਸ਼ੀਆਂ ਲੈ ਕੇ ਇਹ ਚਲੇ ਗਏ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿੱਤਾ ਪ੍ਰਤੀ ਦੇ ਮੁਤਾਬਕ ਗੁਰਦਰਬਾਰ ਦੇ ਵਿੱਚ ਆ ਕੇ ਸਜਦੇ ਆ ਤੇ ਇੱਧਰ ਸਾਧ ਸੰਗਤ ਇੱਕ ਦਿਨ ਸਤਿਗੁਰੂ ਪਾਤਸ਼ਾਹ ਨੇ ਐਸਾ ਕੌਤਕ ਵਰਤਾਇਆ ਕਿ ਬਾਹਰ ਖੁੱਲ੍ਹੇ ਮੈਦਾਨ ਵਿੱਚ ਕਾਫੀ ਵੱਡਾ ਤੰਬੂ ਲਗਵਾਇਆ। ਰੰਗ ਬਰੰਗੇ ਫਰਸ਼ ਉਹਦੇ ਵਿੱਚ ਵਿਛਾਏ ਗਏ, ਚਾਦਰਾਂ ਵਿਛਾਈਆਂ ਗਈਆਂ, ਦਰੀਆਂ ਵਿਛਾਈਆਂ ਗਈਆਂ। ਸਤਿਗੁਰੂ ਸਾਹਿਬ ਨੇ ਸਿੰਘਾਂ ਨੂੰ ਕਹਿ ਦਿੱਤਾ ਕਿ ਭਾਈ 1 ਪਹਿਰ ਤੱਕ ਨਾ ਤੁਸੀਂ ਅੰਦਰ ਆਉਣਾ ਹੈ ਤੇ ਨਾ ਹੀ ਕਿਸੇ ਨੂੰ ਹੋਰ ਅੰਦਰ ਆਉਣ ਦੇਣਾ ਹੈ। ਸਤਿਗੁਰੂ ਜੀ ਆਪ ਇਸ ਤੰਬੂ ਵਿੱਚ ਜਾ ਕੇ ਬਿਰਾਜਮਾਨ ਹੋ ਗਏ। ਸੰਗਤਾਂ ਕੀ ਦੇਖਦੀਆਂ ਕਿ ਥੋੜ੍ਹੇ ਸਮੇਂ ਬਾਅਦ ਆਕਾਸ਼ ਦੇ ਵਿੱਚੋਂ 2 ਦਿਵ ਰੂਹਾਂ ਪ੍ਰਕਾਸ਼ ਉਤਰੇ ਹਨ ਔਰ ਇਸ ਤੰਬੂ ਵਿੱਚ ਚਲੇ ਗਏ। ਔਰ ਇਹਨਾਂ ਮਹਾਂਪੁਰਸ਼ਾਂ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਕੁਝ ਬਚਨ ਵਿਲਾਸ ਕੀਤੇ। ਇੱਕ ਚਿੱਠੀ ਇਹਨਾਂ ਨੇ
ਅਕਾਲ ਪੁਰਖ ਵਾਹਿਗੁਰੂ ਵੱਲੋਂ ਜਿਹੜੀ ਲੈ ਕੇ ਆਏ ਸਨ ਸਤਿਗੁਰੂ ਸਾਹਿਬ ਜੀ ਨੂੰ ਦਿੱਤੀ ਅਤੇ ਨਾਲ ਹੀ ਸੁਨੇਹਾ ਦਿੱਤਾ ਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਕਿ ਆਪ ਜੀ ਹੁਣ ਸੱਚਖੰਡ ਸਾਹਿਬ ਵਾਪਸ ਆ ਜਾਓ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਤਿਆਰੀ ਕਰ ਰੱਖੀ ਹੈ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸਾਡੇ ਸਿਰ ਮੱਥੇ ਹੈ। ਇਉਂ ਇਹ ਸੁਨੇਹਾ ਦੇ ਕੇ ਕੁਝ ਸਮਾਂ ਬੈਠ ਕੇ ਬਚਨ ਬਿਲਾਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਨਾਲ ਦੋਵੇਂ ਦੇਵਰੂਹਾਂ ਵਾਪਸ ਚਲੇ ਗਈਆਂ। ਸਤਿਗੁਰੂ ਸਾਹਿਬ ਜੀ ਵੀ ਤੰਬੂ ਤੋਂ ਬਾਹਰ ਆਏ ਅਤੇ ਆਪਣੇ ਆਸਣਾਂ 'ਤੇ ਜਾ ਕੇ ਬਿਰਾਜਮਾਨ ਹੋ ਗਏ। ਇਸ ਪ੍ਰਕਾਰ ਆਪਾਂ ਇੱਥੋਂ ਤੱਕ ਇਤਿਹਾਸ ਸਰਵਣ ਕਰ ਚੁੱਕੇ ਹਾਂ। ਆਓ ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਆ ਰਿਹਾ ਹੈ। ਬਹਾਦਰ ਸ਼ਾਹ ਬਾਦਸ਼ਾਹ ਹੈਦਰਾਬਾਦ ਗੋਰਕੁੰਡਾ ਦੀ ਧਰਤੀ ਦੇ ਉੱਤੇ ਸਤਿਗੁਰੂ ਸਾਹਿਬ ਜੀ ਦਾ ਪਤਾ ਲੈਣ ਵਾਸਤੇ ਵਿਸ਼ੇਸ਼ ਕਰਕੇ 2 ਉਮਰਾਵਾਂ ਨੂੰ ਤਿਆਰ ਕਰਕੇ, 2 ਅਹਿਲਕਾਰਾਂ ਨੂੰ, 2 ਸੂਬਿਆਂ ਨੂੰ ਤਿਆਰ ਕਰਕੇ ਭੇਜਦਾ ਹੈ। ਜਿਵੇਂ ਇਹ ਸੂਬੇ ਸਤਿਗੁਰੂ ਸਾਹਿਬ ਜੀ ਦਾ ਪਤਾ ਲੈਣ ਆਉਣਗੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕੀ ਕੌਤਕ ਵਰਤਾਉਣਗੇ ਕਿ ਸਤਿਗੁਰੂ ਜੀ ਦੇ ਜਿਹੜੇ ਪੇਟ ਦੇ ਜ਼ਖਮ ਦੇ ਉੱਤੇ ਲੱਗੇ ਹੋਏ ਤੋਪੇ ਉਹ ਦੁਬਾਰਾ ਖੁੱਲ੍ਹ ਜਾਣੇ ਆ। ਇਹ ਸਾਰੇ ਪ੍ਰਸੰਗ ਨੂੰ ਜਾਣਨ ਦੇ ਲਈ ਆਓ ਮਨ ਬਿਰਤੀਆਂ ਇਕਾਗਰ ਕਰਕੇ ਅੱਜ ਦਾ ਇਹ ਪ੍ਰਸੰਗ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਬਹਾਦਰ ਸਾਦਰੈ। ਬਹਾਦਰ ਸ਼ਾਹ ਬਾਦਸ਼ਾਹ ਜਿਹੜਾ ਔਰੰਗਜ਼ੇਬ ਦਾ ਛੋਟਾ ਪੁੱਤਰ ਹੈ, ਇਹ ਬੜਾ ਆਦਰ ਸਤਿਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਰਦਾ ਸੀ, ਕਿਉਂਕਿ ਇਸ ਦੇ ਭਰਾ ਤਾਰਾ ਆਜ਼ਮ ਨੂੰ ਮਾਰ ਕੇ ਮੈਦਾਨੇ ਜੰਗ ਵਿੱਚ ਚੰਬਲ ਨਦੀ ਦੇ ਕੰਢੇ ਦੇ ਉੱਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਰਾਜ ਭਾਗ ਦੀ ਬਖਸ਼ਿਸ਼ ਕੀਤੀ ਸੀ। ਤਾਰਾ ਆਜ਼ਮ 22 ਲੱਖ ਫੌਜ ਦਾ ਮਾਲਕ ਸੀ। ਉਹਦੇ ਮਰ ਜਾਣ ਤੋਂ ਬਾਅਦ ਸਤਿਗੁਰੂ ਨੇ ਜਦੋਂ ਮੈਦਾਨੇ ਜੰਗ ਵਿੱਚ 2 ਤੀਰ ਜੋੜ ਕੇ ਉਹਦੇ ਮੱਥੇ ਵਿੱਚ ਮਾਰੇ ਤਾਂ ਸਾਧ ਸੰਗਤ ਜੀ ਫਿਰ ਇਹ ਉਸ ਦੀ ਜਗ੍ਹਾ ਦੇ ਉੱਤੇ ਬਹਾਦਰ ਸ਼ਾਹ ਬਾਦਸ਼ਾਹ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹਿੰਦੁਸਤਾਨ ਦਾ ਮਾਲਕ, ਹਿੰਦੁਸਤਾਨ ਦੇ ਰਾਜ ਭਾਗ ਦਾ ਵਾਰਸ ਬਣਾ ਦਿੱਤਾ ਸੀ। ਔਰ ਗੁਰੂ ਘਰ ਦੇ ਉੱਤੇ ਇਹ ਬੜੀ ਸ਼ਰਧਾ ਰੱਖਦਾ ਸੀ। ਭਾਈ ਨੰਦ ਲਾਲ ਜੀ ਦੇ ਰਾਹੀਂ ਸਤਿਗੁਰੂ ਸਾਹਿਬ ਜੀ ਦੇ ਕੋਲ ਮਦਦ ਦੇ ਲਈ ਇਹ ਪਹੁੰਚਿਆ ਸੀ। ਇਹ ਮਦਦ ਕਿਉਂ ਰੱਖਦਾ ਸੀ? ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਇਹ ਕਿਉਂ ਭਰੋਸਾ ਰੱਖਦਾ ਸੀ? ਕਿਉਂ ਇਸ ਤੁਰਕ ਦੇ ਅੰਦਰ ਸ਼ਰਧਾ ਭਾਵਨਾ ਸੀ? ਹਾਲਾਂਕਿ ਇਸ ਦੇ ਸ਼ਾਹੀ ਖਾਨਦਾਨ ਦੇ ਵਿੱਚ ਤਾਂ ਗੁਰੂ ਘਰ ਦੇ ਵਿਰੋਧੀ ਹੀ ਪੈਦਾ ਹੋਏ ਸਨ। ਇਹਦਾ ਪਿਤਾ ਬੜਾ ਕੱਟੜ ਵਿਰੋਧੀ ਸੀ ਔਰ ਇਸੇ ਤਰ੍ਹਾਂ ਇਸ ਤੋਂ ਪਹਿਲੇ ਬਾਦਸ਼ਾਹ ਜਿਹੜੇ ਉਹਨਾਂ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ। ਪਰ ਇਹ ਜਿਹੜਾ ਬਹਾਦਰ ਸ਼ਾਹ ਸੀ ਇਹ ਗੁਰੂ ਘਰ ਦਾ ਸੇਵਕ ਕਿਵੇਂ ਬਣਿਆ? ਆਪ ਜੀ ਨੂੰ ਪਤਾ ਹੈ ਕਿ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਿਸ ਵੇਲੇ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਕਿ ਆਪ ਜੀ ਦਿੱਲੀ ਆਓ, ਇੱਥੇ ਆ ਕੇ ਦਰਸ਼ਨ ਦਿਓ, ਤਾਂ ਸਤਿਗੁਰੂ ਸਾਹਿਬ ਜੀ ਨੇ ਮਨਾ ਕਰ ਦਿੱਤਾ ਸੀ ਕਿ ਮੈਂ ਮਲੇਸ਼ ਨੂੰ ਦਰਸ਼ਨ ਦੇਣੇ ਵੀ ਨਹੀਂ ਅਤੇ ਮਲੇਸ਼ ਦੇ ਜਾ ਕੇ ਮੱਥੇ ਵੀ ਨਹੀਂ ਲੱਗਣਾ। ਇਹਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਸੀ ਕਿ ਜਾਓ, ਤੁਹਾਡੀ ਰਸਨਾ ਦੇ ਉੱਤੇ ਗੁਰੂ ਆਪ ਵਸੇਗਾ, ਜਿਹੜਾ ਵੀ ਬਚਨ ਕਰੋਗੇ ਕਿਤੇ ਤੁਹਾਡੀ ਹਾਰ ਨਹੀਂ ਹੋਵੇਗੀ। ਬਾਦਸ਼ਾਹ ਦੀ ਹਰ ਤਰ੍ਹਾਂ ਕਰਕੇ ਨਿਸ਼ਾ ਕਰਾ ਕੇ ਆਉਣੀ, ਜੋ ਵੀ ਉਹ ਸਵਾਲ ਗੁਰੂ ਘਰ ਵਾਸਤੇ ਕਰੇ ਉਸ ਦਾ ਉੱਤਰ ਤਸੱਲੀ ਬਖਸ਼ ਦੇ ਕੇ ਆਉਣਾ ਹੈ। ਇਉਂ ਇਤਿਹਾਸ ਵਿੱਚ ਜ਼ਿਕਰ ਹੈ ਕਿ 72 ਕਰਾਮਾਤਾਂ ਬਾਬਾ ਰਾਮ ਰਾਏ ਜੀ ਨੇ ਬਾਦਸ਼ਾਹ ਨੂੰ ਦਿਖਾਈਆਂ ਸਨ। ਸੋ ਜਿਸ ਵੇਲੇ ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਬਾਦਸ਼ਾਹ ਦੇ ਕੋਲ ਵਿਰਾਜਮਾਨ ਹਨ, ਉਹਨਾਂ ਦਿਨਾਂ ਦੇ ਵਿੱਚ ਇਹ ਬਹਾਦਰ ਸ਼ਾਹ ਦਾ ਜਨਮ ਹੋਣ ਵਾਲਾ ਸੀ, ਮਾਤਾ ਦੇ ਪੇਟ ਦੇ ਵਿੱਚ ਸੀ। ਤਾਂ ਔਰੰਗਜ਼ੇਬ ਬਾਦਸ਼ਾਹ ਆ ਕੇ ਬਾਬਾ ਜੀ ਨੂੰ ਕਹਿੰਦਾ ਹੈ ਕਿ ਬਾਬਾ ਜੀ, ਮੇਰੀ ਬੇਗਮ ਨੂੰ ਬੱਚਾ ਨਹੀਂ ਹੋ ਰਿਹਾ, ਬੜੀ ਤਕਲੀਫ ਦੇ ਵਿੱਚ ਹੈ, ਬੜੀ ਪੀੜਾ ਦੇ ਵਿੱਚ ਹੈ, ਮੈਨੂੰ ਇਉਂ ਲੱਗਦਾ ਹੈ ਕਿਤੇ ਮ੍ਰਿਤੂ ਨੂੰ ਪ੍ਰਾਪਤ ਨਾ ਹੋ ਜਾਵੇ, ਬੱਚੇ ਦਾ ਜਨਮ ਨਹੀਂ ਹੋ ਰਿਹਾ। ਤਾਂ ਬਾਬਾ ਰਾਮ ਰਾਏ ਜੀ ਨੇ ਸਾਧ ਸੰਗਤ ਜੀ ਉਸ ਵੇਲੇ
ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਇੱਕ ਜਲ ਦਾ ਗਲਾਸ ਔਰੰਗਜ਼ੇਬ ਨੂੰ ਦੇ ਕੇ ਆਖਿਆ ਸੀ ਕਿ ਜਾਓ ਆਪਣੀ ਬੇਗਮ ਨੂੰ ਅੰਮ੍ਰਿਤ ਜਲ ਛਕਾ ਦਿਓ, ਬੱਚਾ ਜਲਦੀ ਪੈਦਾ ਹੋ ਜਾਵੇਗਾ। ਇਹਨੇ ਆਪਣੇ ਹੱਥੀਂ ਆਪਣੀ ਬੇਗਮ ਨੂੰ ਜਦੋਂ ਉਹ ਅੰਮ੍ਰਿਤ ਜਲ ਜਪਜੀ ਸਾਹਿਬ ਦਾ ਪਾਠ ਕੀਤੇ ਵਾਲਾ ਪਿਲਾਇਆ, ਛਕਾਇਆ, ਅਤੇ ਸਾਧ ਸੰਗਤ ਜੀ ਉਸ ਤੋਂ ਕੁਝ ਚਿਰ ਬਾਅਦ ਫਿਰ ਇਹ ਬਹਾਦਰ ਸ਼ਾਹ ਦਾ ਜਨਮ ਹੋ ਗਿਆ ਸੀ, ਜਿਸ ਕਰਕੇ ਬਚਪਨ ਦੇ ਵਿੱਚ ਹੀ ਜਪਜੀ ਸਾਹਿਬ ਦਾ ਮੰਤਰਿਆ ਹੋਇਆ ਜਲ ਛਕਣ ਦੇ ਨਾਲ ਇਹਦੇ ਮਨ ਦੇ ਸੰਸਕਾਰ ਕੁਝ ਐਸੇ ਬਣ ਗਏ ਸਨ ਗੁਰੂ ਕੀ ਬਾਣੀ ਦੇ ਪ੍ਰਭਾਵ ਕਰਕੇ ਕਿ ਇਹ ਗੁਰੂ ਘਰ ਦੇ ਉੱਤੇ ਸ਼ਰਧਾ ਰੱਖਦਾ ਸੀ। ਜਿਵੇਂ ਆਮ ਕੋਈ ਬੱਚਾ ਬਹੁਤਾ ਸ਼ਰਾਰਤੀ ਹੋਵੇ, ਇੱਲਤ ਕਰਦਾ ਹੋਵੇ ਅਤੇ ਸਾਡੀਆਂ ਬੀਬੀਆਂ ਕਹਿ ਦਿੰਦੀਆਂ ਵੀ ਇਹਨੂੰ ਗੁੜਤੀ ਕਿਹਨੇ ਦਿੱਤੀ ਹੈ, ਭਾਵ ਕਿ ਗੁੜਤੀ ਦਾ ਅਸਰ ਜ਼ਰੂਰ ਹੁੰਦਾ ਹੈ। ਸੋ ਇਸ ਪ੍ਰਕਾਰ ਜਪਜੀ ਸਾਹਿਬ ਦਾ ਅਸਰ ਇਹ ਬਹਾਦਰ ਸ਼ਾਹ ਦੇ ਹਿਰਦੇ ਦੇ ਉੱਤੇ ਐਸਾ ਹੋਇਆ ਕਿ ਇਹ ਸਾਰੀ ਉਮਰ ਹੀ ਗੁਰੂ ਘਰ ਦਾ ਸ਼ਰਧਾਲੂ ਰਿਹਾ। ਪਰ ਕਿਉਂਕਿ ਤੁਰਕ ਸੀ, ਰਾਜਨੀਤਿਕਾਂ ਦੇ ਘਰ ਦਾ ਜਨਮ ਸੀ, ਇਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਉੱਤੇ ਸ਼ਰਧਾ ਦੇ ਹੁੰਦਿਆਂ ਹੋਇਆਂ ਵੀ ਸਤਿਗੁਰੂ ਦੇ ਬਚਨ ਮੰਨਣ ਤੋਂ ਅਸਮਰੱਥ ਰਿਹਾ। ਕਈ ਵਾਰ ਸਤਿਗੁਰੂ ਜੀ ਦੇ ਨਾਲ ਜਿਹੜਾ ਇਹਨੇ ਵਾਅਦਾ ਕੀਤਾ ਸੀ ਰਾਜ ਭਾਗ ਲੈਣ ਦੇ ਵੇਲੇ ਕਿ ਮਹਾਰਾਜ ਰਾਜ ਭਾਗ 'ਤੇ ਬਹਿੰਦਿਆਂ ਹੀ ਤੁਹਾਡਾ ਇੱਕ ਵਚਨ ਜ਼ਰੂਰ ਪੂਰਾ ਕਰਾਂਗਾ, ਤਾਂ ਸਤਿਗੁਰੂ ਨੇ ਜਦੋਂ ਵਚਨ ਕੀਤਾ ਸੀ ਕਿ ਗੁਰੂ ਘਰ ਦੇ ਦੋਖੀਆਂ ਨੂੰ ਗ੍ਰਿਫਤਾਰ ਕਰਕੇ ਸਾਡੇ ਹਵਾਲੇ ਕਰ ਦਿਓ ਤਾਂ ਕਿ ਅਸੀਂ ਸਜ਼ਾਵਾਂ ਦੇ ਸਕੀਏ, ਪਰ ਉਹ ਟਾਲ ਮਟੋਲ ਦੇ ਵਿੱਚ ਇਹਨੇ ਸਮਾਂ ਲੰਘਾਇਆ। ਆਪਣੀ ਪਰਜਾ ਵਿੱਚ ਕਿਤੇ ਬਗਾਵਤ ਨਾ ਹੋ ਜਾਵੇ ਇਸ ਦੇ ਡਰੋਂ, ਮੁਲਾਣੇ ਮੌਲਵੀਆਂ ਸ਼ਰ੍ਹਾ ਦੇ ਪਾਬੰਦ ਲੋਕਾਂ ਦੇ ਡਰੋਂ ਇਹ ਖੁੱਲ੍ਹ ਕੇ ਸਤਿਗੁਰੂ ਸਾਹਿਬ ਜੀ ਦੀ ਮਦਦ ਨਾ ਕਰ ਸਕਿਆ। ਸੋ ਇਹਨੂੰ ਜਦੋਂ ਪਤਾ ਲੱਗਿਆ ਕਿ ਸਤਿਗੁਰੂ ਸਾਹਿਬ ਜੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ, ਇਹਨੇ ਜਰਾਹ ਭੇਜੇ ਸਨ। ਜਰਾਹਾਂ ਦੇ ਜਾਣ ਤੋਂ ਬਾਅਦ ਫਿਰ ਇਹਨੇ ਦੁਬਾਰਾ ਸਤਿਗੁਰੂ ਸਾਹਿਬ ਜੀ ਦਾ ਪਤਾ ਲੈਣ ਵਾਸਤੇ ਬਹੁਤ ਹੀ ਆਦਰ ਸਤਿਕਾਰ ਦੇ ਸਹਿਤ 2 ਉਮਰਾਵਾਂ ਨੂੰ 2 ਸੂਬਿਆਂ ਨੂੰ ਭੇਜਣ ਦਾ ਫੈਸਲਾ ਕੀਤਾ। ਅਤੇ ਇਹ ਆਪਣੇ ਕੋਲ ਕਿਵੇਂ ਉਹਨਾਂ ਨੂੰ ਬੁਲਾਉਂਦਾ ਹੈ, ਸ਼ਾਹ ਬਹਾਦਰ ਸਾਦਰ ਹੈ। ਬਹੁਤ ਆਦਰ ਸਤਿਕਾਰ ਦੇ ਸਹਿਤ ਬਹਾਦਰ ਸ਼ਾਹ ਨੇ 2 ਉਮਰਾਵਾਂ ਨੂੰ ਆਪਣੇ ਕੋਲ ਬੁਲਾਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਜ਼ਖਮ ਆਇਆ ਹੈ ਹੁਣ ਉਹ ਕਿੰਨਾ ਕੁ ਠੀਕ ਹੋਇਆ, ਸਤਿਗੁਰੂ ਜੀ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਨ, ਇਹ ਖਬਰਸਾਰ ਲੈਣ ਵਾਸਤੇ ਸ੍ਰੀ ਗੁਰ ਤੀਰ ਪਠਾਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਇਹਨਾਂ ਨੂੰ ਭੇਜਿਆ। ਉਸੇ ਵਕਤ ਹੀ ਬਹਾਦਰ ਸ਼ਾਹ ਦੀ ਆਗਿਆ ਲੈ ਕੇ ਇਹ ਕੁੰਚਰ ਹਾਥੀ ਦੇ ਉੱਤੇ ਅਰੂੜਤ ਕਈਏ ਅਸਵਾਰ ਹੋ ਕੇ ਚੱਲ ਪਏ ਤੁਰੰਤ। ਔਰ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਦੇ ਰਸਤੇ ਤੁਰ ਪਏ। ਕਿੰਨੀ ਕੁ ਫੌਜ ਵੀ ਇਹਨਾਂ ਦੇ ਨਾਲ ਚੱਲ ਕੇ ਆ ਗਈ। ਸਾਰਿਆਂ ਦੇ ਮਨ ਦੇ ਵਿੱਚ ਚਾਉ ਹੈ, ਇੱਛਾ ਹੈ, ਪ੍ਰਸੰਨਤਾ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ। ਅਸਵਾਰੀ ਕਿਉਂਕਿ ਚੰਗੀ ਸੀ, ਹਾਥੀ ਬੜੀ ਤੇਜ਼ ਚਾਲ ਦੇ ਨਾਲ ਚੱਲਦੇ ਸਨ, ਇਸ ਕਰਕੇ ਹਾਥੀਆਂ ਉੱਤੇ ਅਸਵਾਰ ਹੋ ਕੇ ਜਲਦੀ ਪਹੁੰਚ ਗਏ ਹਜੂਰ ਸਾਹਿਬ। ਜਦੋਂ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਇਹ ਸਾਰੇ ਪਹੁੰਚ ਚੁੱਕੇ ਹਨ, ਇਹਨਾਂ ਨੇ ਉਚਿਤ ਜਗ੍ਹਾ, ਯੋਗ ਜਗ੍ਹਾ, ਮੈਦਾਨੀ ਇਲਾਕਾ ਦੇਖਿਆ ਨਦੀ ਦੇ ਕਿਨਾਰੇ ਉੱਤੇ। ਹਾਂ, ਉੱਥੇ ਵਧੀਆ ਸੋਹਣਾ ਸੁੰਦਰ ਜਲ ਵਹਿੰਦਾ ਦੇਖ ਕੇ ਨਦੀ ਦੇ ਕਿਨਾਰੇ ਉੱਤੇ ਉਤਾਰਾ ਕਰ ਲਿਆ। ਸੋ ਇਹਨਾਂ ਨੇ ਉੱਥੇ ਸਿਵਰ ਕੀਤਾ, ਆਪਣਾ ਟਿਕਾਣਾ ਕੀਤਾ, ਤੰਬੂ ਲਾ ਲਏ ਤੇ ਸਤਿਗੁਰੂ ਸਾਹਿਬ ਜੀ ਦੇ ਵੱਲ ਨੂੰ ਖਬਰ ਭੇਜ ਦਿੱਤੀ ਆਪਣੇ ਆਉਣ ਦੀ। ਖਬਰ ਲੈ ਕੇ ਆਉਣ ਵਾਲੇ ਨੇ ਸਤਿਗੁਰੂ ਸਾਹਿਬ ਜੀ ਦੇ ਕੋਲ ਬੇਨਤੀ ਕਰਕੇ ਦੱਸਿਆ, ਮਹਾਰਾਜ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਬਾਦਸ਼ਾਹ ਨੇ 2 ਸੂਬੇ ਭੇਜੇ ਹਨ।
ਚਾਵ। ਮਹਾਰਾਜ ਆਪ ਜੀ ਦੀ ਖਬਰਸਾਰ ਲੈਣ ਵਾਸਤੇ ਆਏ ਹਨ, ਆਪ ਜੀ ਦਾ ਹਾਲ ਚਾਲ ਪੁੱਛਣ ਵਾਸਤੇ ਆਏ ਹਨ ਤੇ ਨਾਲ ਹੀ ਮਹਾਰਾਜ ਉਹਨਾਂ ਦੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦਾ ਬੜਾ ਚਾਅ ਹੈ। ਸੁਨ ਕੈ ਤ੍ਰਿਣ ਦਾਨਾ ਹਰ ਖਾਨਾ। ਜਦੋਂ ਸਤਿਗੁਰੂ ਜੀ ਨੇ ਇਹ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜੇ ਉਹ ਸਾਡੇ ਮਹਿਮਾਨ ਆਏ ਹੈ ਤੇ ਉਹਨਾਂ ਦੀ ਸੇਵਾ ਕਰੋ, ਉਹਨਾਂ ਨੂੰ ਭੋਜਨ, ਉਹਨਾਂ ਦੇ ਹਾਥੀਆਂ ਘੋੜਿਆਂ ਨੂੰ ਦਾਣਾ ਪਾਣੀ ਤ੍ਰਿਣ ਇਤਿਆਦਿਕ ਪਹੁੰਚਾਓ। ਸਤਿਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਗੁਰੂ ਕੇ ਸਿੱਖਾਂ ਨੇ ਉਹਨਾਂ ਦੇ ਆਪਣੇ ਛਕਣ ਛਕਾਉਣ ਵਾਸਤੇ ਪਦਾਰਥ, ਉਹਨਾਂ ਦੇ ਘੋੜਿਆਂ ਹਾਥੀਆਂ ਵਾਸਤੇ ਦਾਣਾ ਪਾਣੀ ਭੇਜਿਆ। ਹਰੇ ਪਟਾਮਨ ਬਾਛਤ ਨਨ। ਜਿਸ ਤਰ੍ਹਾਂ ਦੀ ਵੀ ਇੱਛਾ ਸੀ, ਇੱਛਾ ਦੇ ਮੁਤਾਬਕ ਤਰ੍ਹਾਂ ਤਰ੍ਹਾਂ ਦਾ ਸਭ ਕੁਝ ਉਹਨਾਂ ਦੇ ਵਸਤੂਆਂ ਉਮਰਾਵਾਂ ਦੇ ਕੋਲ ਗੁਰੂ ਕੇ ਸਿੱਖਾਂ ਨੇ ਭੇਜ ਦਿੱਤੀਆਂ। ਸਭ ਲੈ ਕਰ ਅਚਵਿਓ ਮਨ ਭਾਈ। ਸਾਰਿਆਂ ਨੇ ਉਹ ਲੈ ਕਰਕੇ ਘੋੜਿਆਂ ਨੂੰ ਵੀ ਆਪਣਾ ਕੱਖ ਦਾਣਾ ਪਾਇਆ, ਹਾਥੀਆਂ ਨੂੰ ਵੀ ਪਾਇਆ ਤੇ ਆਪ ਵੀ ਲੈ ਕੇ ਬੜੇ ਚਾਅ ਦੇ ਨਾਲ ਛਕਿਆ ਛਕਾਇਆ ਸਭ ਕੁਝ। ਫਿਰ ਹੋਏ ਸ਼ਰਮੇ ਸਰੀਰ ਬਹਾਈ। ਉਸ ਤੋਂ ਬਾਅਦ ਕਿਉਂਕਿ ਰਸਤੇ ਦੀ ਥਕਾਵਟ ਸੀ, ਆਰਾਮ ਕਰਨ ਵਾਸਤੇ ਇਹ ਬਿਰਾਜਮਾਨ ਹੋ ਗਏ, ਸੌਂ ਗਏ ਰਾਤ ਨੂੰ। ਧਰਿਓ ਦੁਪਹਿਰ ਭੇ ਸਾਵਧਾਨਾ। ਦੂਜਾ ਦਿਨ ਚੜ੍ਹਿਆ, ਦੁਪਹਿਰ ਦਾ ਸਮਾਂ ਹੋਇਆ ਤੇ ਇਹ ਸਾਵਧਾਨ ਹੋਏ, ਕਿਉਂਕਿ ਇਹ ਜਿਹੜੇ ਵੱਡੇ ਲੋਕ ਆ ਸਾਧ ਸੰਗਤ ਜੀ ਸਵੇਰੇ ਜਲਦੀ ਨਹੀਂ ਉੱਠਿਆ ਕਰਦੇ, ਦੁਪਹਿਰ ਦੁਪੂਰ ਨੂੰ ਦਿਨ ਚੜ੍ਹੇ ਹੀ ਉੱਠਦੇ ਆ। ਇਸ ਕਰਕੇ ਦੁਪਹਿਰ ਨੂੰ ਜਿਸ ਵੇਲੇ ਸਾਵਧਾਨ ਹੋਏ, ਸ੍ਰੀ ਪ੍ਰਭ ਪਠਿਓ ਦੂਤ ਅਗਵਨ। ਤਿਆਰ ਹੋ ਗਏ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਤੇ ਆਪਣੇ ਅੱਗੇ ਅੱਗੇ ਆਪਣੇ ਤੋਂ ਪਹਿਲਾਂ ਇਹਨਾਂ ਨੇ ਇੱਕ ਦੂਤ ਸੁਨੇਹਾ ਦੇ ਕੇ ਭੇਜ ਦਿੱਤਾ, ਆਪਣਾ ਇੱਕ ਏਲਚੀ, ਕਿ ਸਤਿਗੁਰੂ ਸਾਹਿਬ ਨੂੰ ਜਾ ਕੇ ਦੱਸ ਦਿਓ ਕਿ ਉਮਰਾਓ ਆਪ ਜੀ ਦੇ ਦਰਸ਼ਨ ਕਰਨ ਆ ਰਹੇ ਹਨ। ਜਾਮ ਦਿਵਸ ਰਹਿ ਤੈ ਚਲ ਆਈ। 2 ਪਹਿਰ ਦਿਨ ਜਿਸ ਵੇਲੇ ਰਹਿ ਗਿਆ ਤੇ ਉਸ ਵੇਲੇ ਇਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਚੱਲ ਕੇ ਆਏ, ਦੋਵੇਂ ਉਮਰਾਓ ਫੌਜਾਂ ਸਮੇਤ। ਸੰਗ ਭਲੇ ਨਰ ਕਰ ਸਮੁਦਾਈ। ਔਰ ਆਪਣੇ ਨਾਲ ਇਹਨਾਂ ਨੇ ਬੜੇ ਭਲੇ ਪੁਰਸ਼, ਬੜੇ ਚੰਗੇ ਲੋਕ ਨਾਲ ਲਏ ਹੋਏ ਹਨ। ਸਾਰਾ ਇਹ ਜਥਾ ਇਕੱਠਾ ਹੋ ਕੇ ਆਇਆ। ਆਗੇ ਪ੍ਰਭੂ ਦੀਵਾਨ ਲਗਾਇਓ। ਅੱਗੇ ਕੀ ਦੇਖਦੇ ਆ ਕਿ ਸਤਿਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਹੈ ਰੰਗਾ ਰੰਗ ਫਰਸ਼ ਡਸਵਾਇਓ। ਔਰ ਬਹੁਤ ਹੀ ਰੰਗਾਂ ਰੰਗਾਂ ਦੀਆਂ ਦਰੀਆਂ, ਬਹੁਤ ਸੁੰਦਰ ਗਲੀਚੇ ਵਿਛਾਈ ਕੀਤੀ ਹੋਈ ਹੈ ਗੁਰਦਰਬਾਰ ਵਿੱਚ। ਤੇਰਿਓ ਖਾਲਸਾ ਸ਼ਸਤਰ ਸੁਹਾਈ। ਔਰ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ, ਸ਼ਸਤਰ ਧਾਰੀ ਹੋ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਤਿਆਰ ਬਰ ਤਿਆਰ ਹੈ। ਕਿਸੇ ਨੇ ਬੰਦੂਕਾਂ ਧਾਰਨ ਕੀਤੀਆਂ, ਕਿਸੇ ਨੇ ਤੀਰ ਧਨੁੱਖ, ਕਿਸੇ ਨੇ ਢਾਲਾਂ ਤਲਵਾਰਾਂ, ਹਰ ਪ੍ਰਕਾਰ ਦੇ ਸ਼ਸਤਰ ਗੁਰੂ ਕੇ ਸਿੰਘਾਂ ਨੇ ਪਹਿਨੇ ਹੋਏ ਹਨ। ਦੇਖ ਦੂਰ ਹੀ ਤੇ ਉਮਰਾਉ। ਇਹਨਾਂ ਉਮਰਾਵਾਂ ਨੇ ਸਤਿਗੁਰੂ ਦੇ ਦਰਬਾਰ ਦੀ ਸ਼ੋਭਾ ਦੇਖ ਕੇ ਸਤਿਗੁਰੂ ਸਾਹਿਬ ਜੀ ਦੇ ਦੂਰੋਂ ਹੀ ਦਰਸ਼ਨ ਕਰਕੇ ਝੁਕੇ ਸਲਾਮ ਕੀਨ ਅਗਵਾਉ। ਸੋ ਝੁੱਕ ਕੇ ਇਹਨਾਂ ਨੇ ਸਲਾਮ ਕੀਤੀ ਤੇ ਫਿਰ ਉਸ ਤੋਂ ਬਾਅਦ ਅਗਾਂਹ ਨੂੰ ਤੁਰੇ। ਸਨਮਾਨਤ ਲੈ ਨਾਮ ਬੁਲਾਏ। ਸਤਿਗੁਰੂ ਸਾਹਿਬ ਜੀ ਨੇ ਵੀ ਇਹਨਾਂ ਦਾ ਬੜਾ ਆਦਰ ਮਾਣ ਸਨਮਾਨ ਕੀਤਾ। ਸਨਮਾਨ ਦੇ ਸਹਿਤ ਇਹਨਾਂ ਦਾ ਨਾਮ ਲੈ ਕੇ ਇਹਨਾਂ ਨੂੰ ਕੋਲ ਬੁਲਾ ਲਿਆ। ਕਿਰਪਾ ਕਰੀ ਗੁਰ ਨਿਕਟ ਬਿਠਾਏ। ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ, ਇਹਨਾਂ ਨੂੰ ਆਪਣੇ ਕੋਲ ਬਿਠਾਇਆ। ਹੱਥ ਜੋੜ ਜੁਗ ਅਰਜ ਪੁਜਾਰੀ। ਇਹਨਾਂ ਦੋਵਾਂ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਹਜ਼ਰਤ ਪਠੇ ਸਮੀਪ ਚਾਰੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ਰਤ ਨੇ, ਬਾਦਸ਼ਾਹ ਨੇ, ਬਹਾਦਰ ਸ਼ਾਹ ਨੇ ਸਾਨੂੰ ਆਪ ਜੀ ਦੇ ਕੋਲ ਭੇਜਿਆ ਹੈ। ਮਹਾਰਾਜ ਬਾਦਸ਼ਾਹ ਦੇ ਕਹਿਣ ਦੇ ਉੱਤੇ ਅਸੀਂ ਆਪ ਜੀ ਦੀ ਖਬਰਸਾਰ ਲੈਣ ਵਾਸਤੇ ਆਏ ਹਾਂ। ਆਪ ਜੀ ਨੂੰ ਜਿਹੜਾ ਜ਼ਖਮ ਹੋਇਆ ਸੀ ਕਿ ਹੁਣ ਕਿੰਨਾ ਕੁ ਠੀਕ ਹੋ ਚੁੱਕਾ ਹੈ, ਆਪ ਜੀ ਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ, ਇਹ ਖਬਰਸਾਰ ਲੈਣ ਵਾਸਤੇ ਸਾਨੂੰ ਭੇਜਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬੜੀ ਪ੍ਰਸੰਨਤਾ ਹੋਈ, ਬੜੀ ਖੁਸ਼ੀ ਹੋਈ, ਕਿਉਂਕਿ ਸਿੰਘਾਂ ਤੋਂ ਪਤਾ ਲੱਗਿਆ ਹੈ ਕਿ ਆਪ ਜੀ ਦਾ ਜ਼ਖਮ ਮਿਲ ਗਿਆ ਹੈ, ਠੀਕ ਹੈ, ਤੇ ਆਪ ਜੀ ਹੁਣ ਆਮ ਤਰ੍ਹਾਂ ਹੀ ਵਧੀਆ ਤਰੀਕੇ ਨਾਲ ਇਸ਼ਨਾਨ ਕਰ ਚੁੱਕੇ ਹੋ।
ਸ਼ਾਹ ਸੁਜੰਤ ਭਇਓ ਸੁਧ ਪਾਈ। ਉਧਰ ਮਹਾਰਾਜ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਬਾਦਸ਼ਾਹ ਨੂੰ ਜਦੋਂ ਹੀ ਇਹ ਗੱਲ ਦਾ ਪਤਾ ਲੱਗਿਆ ਤੇ ਉਹ ਬੜਾ ਚਿੰਤਾ ਸਹਿਤ ਹੋਇਆ। ਇਹ ਮੋਢਣ ਕਿਆ ਕੀ ਨ ਪਟਾਈ। ਤੇ ਮਹਾਰਾਜ ਇਹਨਾਂ ਪਠਾਣਾਂ ਦੇ ਵਾਸਤੇ ਉਹਨੇ ਆਖਿਆ ਕਿ ਇਹਨਾਂ ਮੂਰਖਾਂ ਨੇ, ਪਠਾਣਾਂ ਨੇ, ਗੁਲਖਾਂ ਪਠਾਣ ਨੇ ਇਹ ਕੀ ਭੈੜੀ ਕਰਤੂਤ ਕੀਤੀ ਹੈ। ਸਭ ਪਠਾਨ ਸੰਗੀ ਬੁਲਵਾਈ। ਮਹਾਰਾਜ ਉਸ ਵੇਲੇ ਜਿੰਨੇ ਉਹਦੇ ਸੰਗੀ ਸਾਥੀ ਹੋਰ ਪਠਾਨ ਸਨ, ਸਾਡੇ ਮੁਗਲ ਬਾਦਸ਼ਾਹ ਦੀ ਫੌਜ ਦੇ ਵਿੱਚ ਸਾਰੇ ਪਠਾਣਾਂ ਨੂੰ ਇਕੱਠੇ ਕਰਕੇ ਬੁਲਾਇਆ। ਦੇ ਸਜਾਏ ਕੋ ਸੋਭ ਜਵਾਈ। ਤੇ ਮਹਾਰਾਜ ਇਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ, ਭਾਰੀ ਇਹਨਾਂ ਉੱਤੇ ਸਖਤੀ ਕੀਤੀ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ। ਕਸਮਾਂ ਕੁਰਾਨ ਮਹਾਨ ਬਖਾਨੀ। ਪਰ ਮਹਾਰਾਜ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਸੀ, ਉਹਨਾਂ ਨੇ ਪਵਿੱਤਰ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਆਖਿਆ ਕਿ ਅਸੀਂ ਨਹੀਂ ਨਾਲ ਸਾਂ ਗੁਲਖਾਂ ਪਠਾਣ ਦੇ, ਨਾ ਹੀ ਸਾਨੂੰ ਖਬਰ ਸੀ ਇਸ ਬਾਰੇ। ਅਪਰਨ ਕਿਸ ਕੋ ਸੁਧ ਹਮ ਜਾਨੀ। ਹੋਰ ਕੋਈ ਖਬਰ ਕਿਸੇ ਨੂੰ ਪਤਾ ਨਹੀਂ ਸੀ, ਇਸ ਕਰਕੇ ਮਹਾਰਾਜ ਕੁਝ ਪਤਾ ਨਾ ਲੱਗਿਆ ਵੀ ਕਿਹਦੇ ਕਹਿਣ ਦੇ ਉੱਤੇ ਉਹਨੇ ਗੁਲਖਾਂ ਪਠਾਣ ਨੇ ਆਪ ਜੀ ਤੇ ਹਮਲਾ ਕੀਤਾ ਹੈ। ਕਾ ਮਹਿਮਾ ਤੇ ਅਰਨਾਨਾ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਉਮਰ ਦਾ ਸ਼ੋਕਰਾ ਸੀ ਉਹ, ਤੇ ਆਪ ਜੀ ਦੀ ਮਹਿਮਾ ਤੋਂ, ਆਪ ਜੀ ਦੀ ਵਡਿਆਈ ਤੋਂ ਅਣਜਾਣ ਸੀ ਗੁਲਖਾਂ ਪਠਾਣ। ਕੀਆ ਬਦਕਾਰਿਆ ਵੀ ਪਿਆਨਾ। ਮਹਾਰਾਜ ਬੜਾ ਭੈੜਾ ਕੰਮ ਉਹਨੇ ਕੀਤਾ, ਬੜੀ ਭੈੜੀ ਕਰਤੂਤ ਕੀਤੀ ਤੇ ਆਪ ਵੀ ਨਾਲ ਦੀ ਨਾਲ ਪਿਆਨਾ ਕਰ ਗਿਆ, ਤੁਹਾਡੇ ਵਾਰ ਦੇ ਨਾਲ ਮਾਰਿਆ ਗਿਆ। ਸੁਣ ਕੈ ਸ੍ਰੀ ਮੁਖ ਤੇ ਫਰਮਾਇਓ। ਉਸ ਵੇਲੇ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ। ਭਇਓ ਅਕਾਲ ਪੁਰਖ ਜਨ ਭਾਇਓ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਭਾਈ, ਫਿਕਰ ਨਾ ਕਰੋ, ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਭਾਇਆ ਹੈ, ਚੰਗਾ ਲੱਗਿਆ ਹੈ, ਉਵੇਂ ਉਹਨੇ ਭਾਣਾ ਵਰਤਾਇਆ ਹੈ। ਵੈ ਨਾ ਸਕੈ ਕੁਛ ਹੁਕਮ ਬਹੀਨਾ। ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਹੋ ਨਹੀਂ ਸਕਦਾ। ਨਰਨ ਵਿਕੈ ਆਪੈ ਕ੍ਰਿਤ ਕੀਨਾ। ਸੋ ਸਾਰੇ ਮਨੁੱਖਾਂ ਦੇ ਵਿੱਚ ਵੀ ਉਹ ਵਾਹਿਗੁਰੂ ਆਪ ਹੀ ਵਰਤ ਕੇ ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤੋਂ ਕਰਨਾ, ਆਪ ਹੀ ਸਭ ਜੀਵਾਂ ਤੋਂ ਕੰਮਕਾਰ ਕਰਵਾ ਰਿਹਾ, ਚੰਗੇ ਮਾੜੇ ਸਭ ਆਪ ਹੀ ਕਰਾਉਂਦਾ ਹੈ। ਕਹੋ ਸ਼ਾਹ ਸਨ ਸੁਖ ਹੋਆ। ਤੁਸੀਂ ਜਾ ਕੇ ਬਾਦਸ਼ਾਹ ਨੂੰ ਸਾਡਾ ਇਹ ਸੁਨੇਹਾ ਦੇ ਦਿਓ ਕਿ ਅਸੀਂ ਹਰ ਪ੍ਰਕਾਰ ਕਰਕੇ ਸੁਖੀ ਹਾਂ, ਸਾਨੂੰ ਕੋਈ ਦੁੱਖ ਨਹੀਂ ਹੈ। ਘਾਵ ਮਿਲਿਓ ਸੰਕਟ ਨਹਿ ਜੋਆ। ਸਾਡਾ ਜ਼ਖਮ ਹੈ, ਜਿਹੜਾ ਘਾਉ ਹੈ ਉਹ ਮਿਲ ਗਿਆ ਹੈ, ਸੋ ਕਿਸੇ ਪ੍ਰਕਾਰ ਦਾ ਸਾਨੂੰ ਸੰਕਟ ਦੁੱਖ ਨਹੀਂ ਹੈ। ਕਰਤਾ ਵਾਰਤਾਲਾਪ ਬਿਤਾਈ। ਇਉਂ ਪ੍ਰੇਮ ਪੂਰਵਕ ਗੱਲਾਂ ਬਾਤਾਂ ਕਰਦਿਆਂ ਕਾਫੀ ਸਮਾਂ ਬਤੀਤ ਹੋਇਆ। ਦਵੈ ਕਟਕਾ ਦਿਨ ਰਹਿਓ ਸੁਆਈ। 2 ਘੜੀਆਂ ਦਿਨ ਸਾਧ ਸੰਗਤ ਜੀ ਬਾਕੀ ਰਹਿ ਗਿਆ, ਜਿਸ ਵੇਲੇ ਵਾਪਸ ਆਉਣ ਲੱਗੇ। ਸ਼ਾਸਤਰ ਸਮੀਪ ਸਮੂਹ ਸੁਹਾਈ। ਇਹ ਕੀ ਦੇਖਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਬਹੁਤ ਸਾਰੇ ਸ਼ਸਤਰ ਸ਼ੋਭਾਏਮਾਨ ਹਨ ਗੁਰੂ ਚਰਨਾਂ ਵਿੱਚ, ਨੀਤ ਸਰਾਸਨ ਦੋਇ ਟਿਕਾਈ। ਔਰ ਇਹਨਾਂ ਸ਼ਸਤਰਾਂ ਦੇ ਵਿੱਚ ਉਹ 2 ਵੱਡੇ ਧਨੁੱਖ ਵੀ ਪਏ ਹਨ। ਤਿਨ ਪ੍ਰਭ ਦ੍ਰਿੜ ਗਈ ਉਮਰਾਵਨ। ਜਦੋਂ ਉਹਨਾਂ ਵੱਡੇ ਵੱਡੇ ਧਨੁੱਖਾਂ ਦੇ ਉੱਤੇ ਇਹਨਾਂ ਉਮਰਾਵਾਂ ਦੀ ਨਜ਼ਰ ਪਈ, ਵਿਖੇ ਦਰਾਜ ਭਏ ਬਿਸਮਾਵਨ। ਇਹ ਬਹੁਤ ਵੱਡੇ ਧਨੁੱਖ ਦੇਖ ਕੇ, ਇੰਨੇ ਵੱਡੇ ਆਕਾਰ ਦੇ ਤੇ ਇੰਨੇ ਤਕੜੇ ਧਨੁੱਖ ਬਾਣ ਦੇਖ ਕੇ ਬੜੇ ਹੈਰਾਨ ਹੋਏ। ਚੌੜੀ ਪਾਟੀ ਬਰੇ ਕਟੋਰ। ਕਹਿੰਦੇ ਬਈ ਇਹਨਾਂ ਦੀ ਤਾਂ ਜਿਹੜੀ ਪੱਟੀ ਹੈ ਇਹ ਹੀ ਬੜੀ ਚੌੜੀ ਹੈ ਔਰ ਬੜੇ ਕਠੋਰ ਹਨ। ਇਹਨਾਂ ਦਾ ਚਿੱਲਾ ਬੜਾ ਤਕੜਾ ਹੈ। ਕਹਿੰਦੇ ਇਹ ਤਾਂ ਵੈਸੇ ਰੱਖੇ ਹੋਣਗੇ ਦਿਖਾਵੇ ਵਾਸਤੇ ਹੀ, ਇਹਨਾਂ ਨੂੰ ਖਿੱਚਣ ਦੇ ਵਿੱਚ ਤਾਂ ਕਿਹਦਾ ਜ਼ੋਰ ਹੋਊਗਾ, ਕਿਹਦੇ ਵਿੱਚ ਇੰਨਾ ਜ਼ੋਰ ਆ ਜਿਹੜਾ ਇਹਨਾਂ ਨੂੰ ਖਿੱਚ ਸਕੇ। ਮਹਾਮਰਤ ਜੁਗ ਬੋਛੇ ਕਠਨ। ਜਿੱਥੇ ਮੁੱਠ ਰੱਖ ਕੇ ਸਾਧ ਸੰਗਤ ਜੀ ਫੜਿਆ ਜਾਂਦਾ ਕਮਾਨ ਨੂੰ, ਉਹ ਵੀ ਬੜੇ ਤਕੜੇ ਇਹਨਾਂ ਦੇ ਬਣੇ ਹੋਏ ਹੈ। ਤੇ ਇਸੇ ਪ੍ਰਕਾਰ ਜਿਹੜਾ ਇਹਨਾਂ ਦਾ ਚਿੱਲਾ ਹੈ, ਇਹਨਾਂ ਤੇ ਤੰਦੀ ਚੜੀ ਹੋਈ ਹੈ, ਗੱਠੇ ਹੋਏ ਹਨ, ਇਹ ਚੰਗੀ ਤਰ੍ਹਾਂ ਬੰਨੇ ਹੋਏ ਹਨ। ਸੋ ਉਹ ਜਿਹੜੀ ਤੰਦੀ, ਉਹ ਚਿੱਲਾ ਵੀ ਬੜਾ ਤਕੜਾ ਹੈ। ਐਸੇ ਪਨਤ ਸਲੇ ਸਮਗਠਨੰ। ਸੋ ਇਹ ਜਿਹੜੇ ਹੈ
ਚਿੱਲੇ ਵੀ ਇਹਨਾਂ ਦੇ ਬੜੇ ਤਕੜੇ ਐ ਤੇ ਇਹ ਕਮਾਣਾ ਜਿਹੜੀਆਂ ਬਣੀਆਂ ਵੀ ਬਹੁਤ ਵਧੀਆ ਹੋਈਆਂ ਹਨ। ਇਹ ਗੁਰ ਪੀਰ ਦਾਵ ਕਰਨਨ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਵੀ ਇਹ ਨਾ ਚਲਾਉਣ ਵਾਸਤੇ ਨਹੀਂ ਰੱਖੇ ਹੋਏ, ਐਵੇਂ ਦਿਖਾਵੇ ਮਾਤਰ ਹੈ। ਕਹਿੰਦਾ ਇਹ ਜਿਹੜੇ ਗੁਰੂ ਪੀਰ ਹੁੰਦੇ ਆ ਨਾ, ਇਹ ਦਾਵ ਪੇਚ ਬੜੇ ਜਾਣਦੇ ਹੁੰਦੇ ਆ ਲੋਕਾਂ ਨੂੰ ਮਗਰ ਲਾਉਣ ਦੇ। ਇਸ ਕਰਕੇ ਕਹਿੰਦੇ ਐਵੇਂ ਦਿਖਾਵੇ ਵਾਸਤੇ ਹੀ ਲੋਕਾਂ ਨੂੰ ਆਕਰਸ਼ਿਤ ਕਰਨ ਵਾਸਤੇ ਸਤਿਗੁਰੂ ਨੇ ਐਡੇ ਵੱਡੇ ਵੱਡੇ ਧਨੁੱਖ ਰੱਖੇ ਹੋਏ ਹਨ। ਰਖੈ ਦਿਖਾਵਾ ਲੋਕਨ ਠਾਨਾ। ਐਵੇਂ ਲੋਕਾਂ ਨੂੰ ਦਿਖਾਵਾ ਕਰਨ ਵਾਸਤੇ ਵੀ ਲੋਕ ਆ ਕੇ ਦੇਖਣ ਵੀ ਕਲਗੀਧਰ ਸੱਚੇ ਪਾਤਸ਼ਾਹ ਇਹ ਬੜੇ ਯੋਧੇ ਆ, ਵੀ ਕਿੱਡੇ ਕਿੱਡੇ ਵੱਡੇ ਇਹਨਾਂ ਨੇ ਧਨੁੱਖ ਰੱਖੇ ਆ, ਵੀ ਲੋਕ ਦੇਖ ਕੇ ਸੋਚਣ ਵੀ ਮਹਾਰਾਜ ਇਹ ਚਲਾਉਂਦੇ ਹੋਣਗੇ। ਇਉਂ ਇਹਨਾਂ ਨੇ ਦਿਖਾਵੇ ਮਾਤਰ ਲੋਕਾਂ ਨੂੰ ਪਿੱਛੇ ਲਾਉਣ ਵਾਸਤੇ ਰੱਖੇ ਹਨ। ਸਮਰੱਥ ਲਖੈ ਮਾਨ ਹੈ ਆਨ। ਤਾਂ ਕਿ ਲੋਕ ਇਹਨਾਂ ਨੂੰ ਦੇਖ ਕੇ ਜਾਣਨ ਵੀ ਇਹ ਤਾਂ ਬੜੇ ਸਮਰੱਥ ਹੈ, ਬੜੇ ਬਲ ਵਾਲੇ ਹੈ, ਤੇ ਇਹਨਾਂ ਦੀ ਆਨ ਮੰਨ ਲੈਣ, ਇਹਨਾਂ ਦੇ ਚੇਲੇ ਬਣ ਜਾਣ ਅਰਬ ਪਾਇਨ ਅਨਕ ਮਹਾਨ। ਤੇ ਚੇਲੇ ਬਣ ਕੇ ਬਹੁਤ ਸਾਰੀਆਂ ਭੇਟਾਵਾਂ ਇਹਨਾਂ ਨੂੰ ਅਰਪਣ ਕਰਨ। ਨਾਹੀ ਤਾਂ ਇਹ ਕੁਦੰਡ ਵਡ ਪਾਰੇ। ਨਹੀਂ ਤਾਂ ਕਹਿੰਦਾ ਤੂੰ ਆਪ ਦੇਖ ਵੀ ਐਡੇ ਵੱਡੇ ਭਾਰੇ ਭਾਰੇ ਜਿਹੜੇ ਇਹ ਧਨੁੱਖ ਹਨ। ਐਂਚੈ ਬਲ ਕਾਂ ਵਿਚਾਰੇ। ਨਰ ਐਂਚਹਿ ਬਲ ਕਾਹਾਂ ਵਿਚਾਰੇ। ਕਹਿੰਦੇ ਮਨੁੱਖ ਦੇ ਵਿੱਚ ਕਿਹੜੇ ਬੰਦੇ ਦੇ ਵਿੱਚ ਐਡਾ ਜ਼ੋਰ ਹੋਊਗਾ ਵੀ ਐਡੇ ਵੱਡੇ ਧਨੁੱਖਾਂ ਦੇ ਚਿੱਲੇ ਖਿੱਚ ਸਕੇ। ਜੋ ਫਰਿਸ਼ਤੇ ਬਲੀ ਗਸਾਲਾ। ਜਿਹੜੇ ਕਹਿੰਦੇ ਕੋਈ ਫਰਿਸ਼ਤੇ ਆ ਨਾ, ਇਹ ਮੁਸਲਮਾਨ ਫਰਿਸ਼ਤੇ ਕਹਿ ਦਿੰਦੇ ਆ, ਹਿੰਦੂ ਦੇਵਤੇ ਕਹਿ ਦਿੰਦੇ ਆ। ਕਹਿੰਦੇ ਕੋਈ ਦੇਵੀ ਦੇਵਤੇ ਜਾਂ ਜਿਹੜੇ ਗੈਬੀ ਫਰਿਸ਼ਤੇ ਆ, ਉਹਨਾਂ ਵਿੱਚ ਤਾਂ ਬਲ ਹੁੰਦਾ, ਉਹ ਤਾਂ ਖਿੱਚ ਸਕਦੇ ਹਨ। ਸੋ ਖਿੱਚੈ ਜਿਨੁ ਹੋਜ ਕਰਾਲਾ। ਜਿਨ੍ਹਾਂ ਵਿੱਚ ਬਹੁਤ ਭਾਰਾ ਬਲ ਹੋਵੇ ਉਹ ਖਿੱਚ ਸਕਦੇ ਹਨ। ਮਾਨੁਖ ਕਉਨ ਆਜ ਜੁਗ ਜਗ ਵਿਚਰ ਵਿਚਾਰਤ। ਮਾਨੁਖ ਕਉਨ ਆਜ ਜਗ ਸਾਰੇ। ਅੱਜ ਦੇ ਸਮੇਂ ਦੇ ਵਿੱਚ ਜਿੰਨੇ ਮਨੁੱਖ ਹੈ ਉਹਨਾਂ ਦੇ ਵਿੱਚ ਤਾਂ ਕਿਹਦੇ ਵਿੱਚ ਤਾਕਤ ਹੈ। ਜਿਹੜਾ ਇਹਨਾਂ ਧਨੁੱਖਾਂ ਨੂੰ ਚੁੱਕ ਕੇ ਤੇ ਇਹਨਾਂ ਦੇ ਵਿੱਚੋਂ ਤੀਰ ਚਲਾ ਸਕੇ। ਇਤਿਆਦਕ ਜਦੋਂ ਗੱਲਬਾਤ ਇਹਨਾਂ ਨੇ ਆਪਣੇ ਹਿਰਦੇ ਵਿੱਚ ਵਿਚਾਰੀ, ਦੇਖ ਦੇਖ ਕੇ ਇਹਨਾਂ ਵੱਡੇ ਧਨੁੱਖਾਂ ਨੂੰ ਇਹਨਾਂ ਨੇ ਤਰਕ ਕੀਤੀ। ਸ੍ਰੀ ਸਰਬਰ ਸਵੰਤਰ ਜਾਨੀ। ਇਧਰ ਸਤਿਗੁਰੂ ਸਾਹਿਬ ਜੀ ਜਿਹੜੇ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਸਤਿਗੁਰੂ ਨੇ ਦੇਖਿਆ ਕਿ ਇਹਨਾਂ ਦੀ ਸ਼ਰਧਾ ਪੱਕੀ ਨਹੀਂ, ਅੰਦਰੋਂ ਕੱਚੇ ਹਨ, ਇਸ ਕਰਕੇ ਇਹੋ ਜਿਹੀਆਂ ਤਰਕਾਂ ਕੁਤਰਕਾਂ ਕਰਦੇ ਹਨ। ਤੇ ਕਹਿੰਦੇ ਸਾਡੇ ਬਾਰੇ ਇਹਨਾਂ ਨੇ ਮਨ ਵਿੱਚ ਸੋਚ ਬਣਾ ਰੱਖੀ ਹੈ ਵੀ ਅਸੀਂ ਦੰਭ ਕਮਾਉਨੇ ਆ, ਪਖੰਡ ਕਰਦੇ ਆ, ਦਿਖਾਵਾ ਕਰਦੇ ਹਾਂ। ਇਸ ਕਰਕੇ ਸੋਚਦੇ ਆ ਵੀ ਅਸੀਂ ਦੰਭੀ ਆ, ਅਸੀਂ ਪਖੰਡੀ ਆ, ਤੇ ਪਖੰਡ ਕਰਨ ਕਰਕੇ ਐਵੇਂ ਦਿਖਾਵੇ ਮਾਤਰ ਐਡੇ ਐਡੇ ਧਨੁੱਖ ਟਕਾ ਰੱਖੇ ਹਨ। ਸਤਿਗੁਰੂ ਪਾਤਸ਼ਾਹ ਸੋਚਦੇ ਐ ਵੀ ਇਹ ਚਮਕੌਰ ਜੰਗ ਵਿੱਚ ਜਾਂ ਆਨੰਦਪੁਰ ਸਾਹਿਬ ਸਾਡੇ ਸਾਹਮਣੇ ਕਦੇ ਮੈਦਾਨੇ ਜੰਗ ਵਿੱਚ ਆਏ ਨਹੀਂ, ਜਿਸ ਕਰਕੇ ਇਹਨਾਂ ਨੂੰ ਪਤਾ ਨਹੀਂ ਸਾਡੀ ਤੀਰ ਅੰਦਾਜ਼ੀ ਦਾ। ਆਨੰਦਪੁਰ ਚਮਕੌਰ ਜੁਕਾਈ। ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਵੈਰੀ ਮਾਰੇ ਐ, ਸ਼ਾਇਦ ਇਹ ਉਹਨਾਂ ਦੇ ਸਾਥੀ ਨਹੀਂ ਬਣੇ। 10 ਮੈਂ ਕੋ ਤੀਰਨ ਕਾਸਾ। ਜਿਸ ਕਰਕੇ ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਤਾਂ 10-10 ਬੰਦਿਆਂ ਵਿੱਚੋਂ ਇੱਕ ਇੱਕ ਤੀਰ ਕੱਢ ਦਿੰਦੇ ਹਾਂ ਮਾਰ ਕੇ। ਸ਼ਤਰੂ ਬ੍ਰਿੰਦ ਕੋ ਤਤਸ਼ਨ ਨਾਚਾ। ਔਰ ਬੇਅੰਤ ਹੀ ਸ਼ਤਰੂਆਂ ਦੁਸ਼ਮਣਾਂ ਦਾ ਤਤਸ਼ਨੀ ਪਲਾਂ ਵਿੱਚ ਨਾਸ਼ ਕਰ ਦਿੰਦੇ ਹਾਂ। ਜਿਨ ਤੋ ਨਿਜ ਪਰਤ ਹੇਦ ਖਾਨ। ਸਤਿਗੁਰੂ ਸੋਚਦੇ ਆ ਵੀ ਇਹਨਾਂ ਨੂੰ ਆਪਣਾ ਬਲ ਦਿਖਾ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਜਾ ਕੇ ਕਿਸੇ ਹੋਰ ਕੋਲੇ ਵੀ ਕਹਿਣਗੇ ਵੀ ਗੁਰੂ ਤਾਂ ਛਲੀਆ, ਗੁਰੂ ਐਵੇਂ ਬਲ ਛਲ ਕਰਦਾ ਹੈ। ਤੇ ਜੇ ਗੁਰੂ ਦੇ ਉੱਤੇ ਇਹ ਕੁਤਰਕ ਕਰਨਗੇ, ਇਹ ਸ਼ੰਕਾ ਰੱਖਣਗੇ ਤੇ ਨਰਕਾਂ ਦੇ ਅਧਿਕਾਰੀ ਬਣਨਗੇ। ਇਸ ਕਰਕੇ ਇਹਨਾਂ ਨੂੰ ਨਰਕਾਂ ਤੋਂ ਬਚਾਉਣ ਵਾਸਤੇ, ਇਹਨਾਂ ਦੇ ਮਨ ਦੀ ਸ਼ੰਕਾ ਦੂਰ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸੋਚਦੇ ਹਨ। ਇਤਿਆਦਕ ਵਿਚਾਰ ਕੇ ਸਤਿਗੁਰੂ ਨੇ ਹਿਰਦੇ ਵਿੱਚ
ਉਹ ਜਿਹੜੇ ਦੋਨੇ ਬੜੇ ਵੱਡੇ ਧਨੁੱਖ ਸੀ ਆਪਣੇ ਹੱਥ ਵਿੱਚ ਉਠਾ ਲਏ, ਇੱਕ ਹੱਥ ਵਿੱਚ ਦੋ ਧਨੁੱਖ ਫੜ ਲਏ, ਦੋਨੋਂ ਮੁੱਠ ਇੱਕ ਹਾਥ ਇੱਕ ਧਰੀ। ਇੱਕ ਮੁੱਠੀ ਦੋਵੇਂ ਧਨੁੱਖਾਂ ਦੇ ਉੱਤੇ ਰੱਖ ਲਈ ਹੈ, ਭਾਵ ਇੱਕ ਹੱਥ ਵਿੱਚ ਦੋਵੇਂ ਧਨੁੱਖ ਫੜੇ ਹਨ, ਦਾਨ ਪੰਜ ਇੱਕ ਚੁਟਕੀ ਧਰੀ। ਤੇ ਦੋਵਾਂ ਦਾ ਚਿੱਲਾ ਜਿਹੜਾ, ਦੋਵਾਂ ਦੀ ਪੰਚ ਹੈ ਜਿਹੜੀ, ਦੋਵਾਂ ਦੀ ਤੰਦੀ ਹੈ, ਉਹ ਇੱਕ ਹੱਥ ਦੀ ਚੁਟਕੀ ਦੇ ਨਾਲ ਫੜ ਲਈ। ਬਲ ਤੇ ਐਂਚੀ ਕੌਣ ਨਿਭਾਈ। ਜਿੱਥੇ ਰੱਖ ਕੇ ਸਾਧ ਸੰਗ ਤੀਰ ਚਲਾਇਆ ਜਾਂਦਾ ਹੈ, ਉਸ ਚਿੱਲੇ ਨੂੰ, ਦੋਵਾਂ ਚਿੱਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਜ਼ੋਰ ਦੇ ਨਾਲ ਖਿੱਚਿਆ। ਚਾਂਬ ਪ੍ਰਚੰਡ ਖਿਚੇ ਚਿਰਚਾਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਜ਼ੋਰ ਦੀ ਇਹਨਾਂ ਧਨੁੱਖਾਂ ਨੂੰ ਖਿੱਚਿਆ ਤੇ ਸਾਧ ਸੰਗਤ ਜੀ ਖਿੱਚਣ ਦੇ ਨਾਲ ਇਹਨਾਂ ਦੇ ਚਿੱਲੇ ਦੀ ਚਿਰੜ ਚਿਰੜ ਦੀ ਆਵਾਜ਼ ਆਈ ਦੋਵਾਂ ਦੀ। ਖੈਂਚ ਖੈਂਚ ਇੱਕ ਦਵੈ ਦੇ ਬਾਲੀ। ਤੇ ਖਿੱਚ ਖਿੱਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦੋ ਬਾਲੇ ਜੇ ਦਿੱਤੇ, ਬੈਠਕਾਂ ਜਾਂ ਦਿੱਤੀਆਂ, ਕਦੇ ਖਿੱਚ ਕੇ ਪਿਛਾਂਹ ਕਰਦੇ ਆ ਉਹਨਾਂ ਨੂੰ, ਕਦੇ ਦੁਬਾਰਾ ਖਿੱਚਦੇ ਆ। ਇਉਂ ਦੋ ਤਿੰਨ ਵਾਰ ਸਤਿਗੁਰੂ ਨੇ ਖਿੱਚਿਆ ਇਹਨਾਂ ਨੂੰ ਜ਼ੋਰ ਨਾਲ। ਸਭਨ ਦਿਖਾਏ ਕਰਤ ਤਾਲੇ। ਸਾਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਦਿਖਾ ਦਿੱਤਾ ਉੱਪਰ ਚੁੱਕ ਕੇ ਕਿ ਇਹ ਦਿਖਾਵੇ ਮਾਤਰ ਨਹੀਂ ਹਨ, ਸਤਿਗੁਰੂ ਸੱਚੇ ਪਾਤਸ਼ਾਹ ਚਲਾ ਸਕਦੇ ਆ ਐਡੇ ਵੱਡੇ ਧਨੁੱਖਾਂ ਨੂੰ। ਲਗਿਓ ਬੜੋ ਬਲੇ ਜਦ ਤਨ ਕੋਏ। ਪਰ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਇਹਨਾਂ ਦੋਵੇਂ ਧਨੁੱਖਾਂ ਦੇ ਚਿੱਲਿਆਂ ਨੂੰ ਖਿੱਚਣ ਵਾਸਤੇ। ਨਹਿ ਬਚਾਵ ਕੀ ਘਾਵ ਜੋ ਤਨ ਕੋ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜ਼ਖਮ ਸੀ, ਅੱਲਾ ਸੀ ਹਲੇ ਅੰਦਰੋਂ, ਉਹਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਕੋਈ ਬਚਾਅ ਨਾ ਕੀਤਾ। ਲਗੇ ਜ਼ਖਮ ਤੋਪੇ ਟੁੱਟ ਗਏ। ਸਾਧ ਸੰਗਤ ਕੀ ਹੋਇਆ, ਸਤਿਗੁਰੂ ਨੇ ਜਦੋਂ ਜ਼ੋਰ ਦੇ ਨਾਲ ਇਹਨਾਂ ਚਿੱਲਿਆਂ ਨੂੰ ਖਿੱਚਿਆ ਤੇ ਪੇਟ ਦੇ ਉੱਤੇ ਕਟਾਰ ਵੱਜ ਕੇ ਜਿਹੜੇ ਜ਼ਖਮ ਹੋਏ ਸਨ, ਸੀਤਾ ਹੋਇਆ ਸੀਗਾ ਪੇਟ ਵੱਖੀ ਦੇ ਕੋਲੋਂ, ਜਦੋਂ ਸਤਿਗੁਰੂ ਨੇ ਜ਼ੋਰ ਦੇ ਨਾਲ ਖਿੱਚਿਆ ਤੇ ਸਾਧ ਸੰਗਤ ਜੀ ਸਾਰੇ ਹੀ ਉਹ ਜ਼ਖਮ ਦੇ ਤੋਪੇ ਟੁੱਟ ਗਏ। ਬੋਲੋ ਸਤਨਾਮ ਸ਼੍ਰੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਜਿਹੜਾ ਜ਼ਖਮ ਆਇਆ ਹੋਇਆ ਸੀ ਉਹ ਫਿਰ ਤੋਂ ਖੁੱਲ ਗਿਆ। ਪਰਦਰ ਨਿਕਸ ਪਟ ਪੀਜਤ ਤਏ। ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡਾ ਜ਼ਖਮ ਖੁੱਲ ਗਿਆ। ਖੂਨ ਦੀਆਂ ਧਾਰਾਂ ਵਹਿ ਤੁਰੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਸਤਰ ਖੂਨ ਦੀਆਂ ਧਾਰਾਂ ਦੇ ਨਾਲ ਭਿੱਜ ਗਏ। ਪੂਰਬ ਤੇ ਵੀ ਘਾਵ ਵਡੇਰਾ। ਪਹਿਲਾਂ ਨਾਲੋਂ ਵੀ ਵੱਡਾ ਜਿਹੜਾ ਜ਼ਖਮ ਸਤਿਗੁਰੂ ਜੀ ਦੇ ਪੇਟ ਦਾ ਖੁੱਲ ਗਿਆ। ਭਇਓ ਤੁਰਤ ਹੀ ਤਨ ਨਹਿਰਾ। ਸਾਰਿਆਂ ਨੇ ਦੇਖਿਆ ਕਿ ਤੁਰੰਤ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਵਿੱਚ ਐਡਾ ਵੱਡਾ ਜ਼ਖਮ ਹੋ ਗਿਆ ਹੈ। ਬਿਸਮਤ ਮਨ ਕੀਓ ਹਾਹਾਕਾਰਾ। ਸਾਰੇ ਬੜੇ ਹੈਰਾਨ ਹੋਏ, ਸਾਰੇ ਪਾਸੇ ਹਾਹਾਕਾਰ ਮੱਚੀ। ਕਹਾਂ ਪਇਓ ਕੈ ਸਗਲ ਨਿਹਾਰਾ। ਸਾਰੇ ਕਹਿੰਦੇ ਆ ਦੇਖ ਦੇਖ ਕੇ ਵੀ ਆਹ ਕੀ ਹੋ ਗਿਆ ਹੈ। ਆਦ ਜੋਰ ਉਮਰਾ ਮਨ ਭਾਖਾ। ਇੱਧਰ ਇਹਨਾਂ ਦੋਵੇਂ ਉਮਰਾਵਾਂ ਨੇ, ਦੋਵੇਂ ਅਹਿਲਕਾਰਾਂ ਨੇ ਵੀ ਹੱਥ ਜੋੜ ਕੇ ਆਖਿਆ, ਸ੍ਰੀ ਪ੍ਰਭ ਕਾਂ ਕੀਨ ਏਕਾਂਖਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਆ ਕਿਹੜੀ ਇੱਛਾ ਕਰ ਲਈ। ਦੇਸ ਰਪਾਉ ਵਿਦਾ ਤਬ ਕਰੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਨਰਕਾਂ ਤੋਂ ਬਚਾਉਣ ਵਾਸਤੇ ਕਿ ਤੁਸੀਂ ਗੁਰੂ ਤੇ ਸ਼ੰਕਾ ਕਰਕੇ ਕਿਤੇ ਨਰਕਗਾਮੀ ਨਾ ਹੋ ਜਾਓ, ਸਤਿਗੁਰੂ ਨੇ ਇਹ ਕੌਤਕ ਵਰਤਾਇਆ। ਇਉਂ ਇਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿਰੋਪਾਓ ਦੇ ਕੇ ਵਿਦਾ ਕਰ ਦਿੱਤਾ। ਸੰਧਿਆ ਭਈ ਦੀਪ ਤਬ ਜਰੇ। ਸ਼ਾਮ ਦਾ ਸਮਾਂ ਹੋਇਆ, ਦੀਵੇ ਜਗ ਪਏ। ਜਮ ਦੁਤੀਆ ਸਸ ਦਿਨ ਤਬ ਹੁਤ। ਦੀਵਾਲੀ ਤੋਂ ਅਗਲਾ ਦਿਨ ਭਈਆ ਦੂਜ ਵਾਲਾ ਦਿਨ ਸੀ। ਬੜੇ ਜਤਨ ਤੇ ਬੰਧਨ ਕਿਤ। ਔਰ ਬੜੇ ਯਤਨਾਂ ਦੇ ਨਾਲ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਨੂੰ ਦੁਬਾਰਾ ਬੰਨ੍ਹਿਆ ਗਿਆ। ਰਾਤ ਬਤੀਤ ਪ੍ਰਾਤ ਹੋਏ ਆਈ। ਰਾਤ ਬਤੀਤ ਹੋਈ, ਸਵੇਰ ਦਾ ਵੇਲਾ ਹੋਇਆ। ਦਿਵ ਸਤੀਜ ਆਇ ਸੁਫਰਮਾਈ। ਹਾਂ, ਤੀਜਾ ਦਿਨ ਜਿਹੜਾ ਸਾਧ ਸੰਗਤ ਜੀ ਤੀਜ ਦਾ ਦਿਨ ਆ ਗਿਆ ਤੇ ਸਤਿਗੁਰੂ ਨੇ ਇਉਂ ਆਗਿਆ ਕੀਤੀ। ਲਿਓ 500 ਕੋਸ ਰਜਤ ਪਣਾ। ਕਹਿਣ ਲੱਗੇ ਖਾਲਸਾ ਜੀ ਸਾਡੇ ਖਜ਼ਾਨੇ ਦੇ ਵਿੱਚੋਂ 500 ਚਾਂਦੀ ਦੇ ਰੁਪਈਏ ਲੈ ਜਾਓ ਕਰੋ ਤਿਹਾਵਲ ਰਸਦ ਖਰੀਦਨ। ਤੇ ਇਹਨਾਂ ਰੁਪਈਆਂ ਦੀ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਰਸਦ ਖਰੀਦ ਕੇ ਲੈ ਆਓ। 100 ਕੋ ਚੰਦਨ ਅਨਵਾਵੋ। 100 ਰੁਪਈਆ ਹੋਰ ਲੈ ਲਿਓ, ਉਸ ਦੀ ਚੰਦਨ ਦੀ ਲੱਕੜੀ ਖਰੀਦ ਕੇ ਲਿਆਓ। ਕਮਨ ਪਰਲੋਕ ਸੌਜ ਸਭ ਲਿਆਓ। ਇਉਂ
ਲੰਗਰ ਪਾਣੀ ਵਾਸਤੇ ਵੀ, ਪ੍ਰਸ਼ਾਦ ਵਾਸਤੇ ਵੀ ਰਸਤਾਂ ਬਾਸਤਾਂ ਲੈ ਕੇ ਆਓ। ਤੇ ਪਰਲੋਕ ਗਮਨ ਦੀ ਜਿਹੜੀ ਸਮੱਗਰੀ ਹੁੰਦੀ ਆ, ਅੰਤਮ ਸੰਸਕਾਰ ਦਾ ਸਮਾਨ, ਉਹ ਵੀ ਸਾਰਾ ਲੈ ਆਓ। ਮਨ ਬਚਨ ਕਰੋ ਨਹੀਂ ਤਾਰਾ। ਸਤਿਗੁਰੂ ਕਹਿੰਦੇ ਸਿੰਘੋ ਬਚਨ ਮੰਨੋ, ਐਵੇਂ ਚਿੰਤਾ ਵਿੱਚ ਇੱਧਰ ਉੱਧਰ ਹੁਣ ਟਾਲ ਮਟੋਲੇ ਨਾ ਕਰੋ। ਹਿਰਦੇ ਆਨੰਦ ਭਜੋ ਕਰਤਾਰਾ। ਆਪਣੇ ਹਿਰਦੇ ਨੂੰ ਆਨੰਦ ਵਿੱਚ, ਖੁਸ਼ੀ ਵਿੱਚ ਰੱਖੋ। ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਕਰੋ ਆਜ ਤੇ ਤਿਆਰ ਆਹਾਰਾ। ਤੇ ਅੱਜ ਤੋਂ ਹੀ ਤਿਆਰੀਆਂ ਆਰੰਭ ਦਿਓ। ਅੱਜ ਤੋਂ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਸ਼ੁਰੂ ਕਰੋ। ਪ੍ਰਾਤ ਚਤੁਰਥੀ ਹੈ ਬੁਧਵਾਰਾ। ਕੱਲ ਨੂੰ ਸਵੇਰ ਨੂੰ ਚੌਥ ਦਾ ਦਿਨ ਹੈ, ਚਤੁਰਥੀ ਹੈ, ਬੁੱਧਵਾਰ ਦਿਨ ਹੈ। ਦਿਓ ਸਭਨ ਕੋ ਭੋਜਨ ਮਨ ਭਾਇਓ। ਸਾਰਿਆਂ ਨੂੰ ਮਨ ਭਾਉਂਦਾ ਭੋਜਨ ਦਿਓ, ਵੱਡਾ ਲੰਗਰ ਲਾਓ ਇੱਥੇ। ਉਦਮ ਕਰੋ ਸਿੰਘ ਸਮੁਦਾਇਓ। ਸਾਰੇ ਸਿੰਘ ਰਲ ਮਿਲ ਕੇ ਉਦਮ ਕਰੋ, ਉਪਰਾਲਾ ਕਰੋ। ਅਮਰ ਦਿਨ ਕਿਰਤ ਹਿਤ ਮਿਟਾਨਾ। ਹੋਰ ਜਿਹੜਾ ਕੋਈ ਪੈਸਾ ਹੋਊਗਾ ਉਹਦਾ ਤੁਸੀਂ ਘਿਓ ਲੈ ਕੇ ਆਓ। ਇਸੇ ਪ੍ਰਕਾਰ ਮਿੱਠਾ ਆਦਿਕ ਖਰੀਦ ਕੇ ਲਿਆਓ। ਮੇਵਾ ਚੂਨ ਸੁਪੈਦਾ ਅਨਾ। ਹਰ ਪ੍ਰਕਾਰ ਦੇ ਮੇਵੇ, ਕਾਜੂ ਮੈਦਾ, ਸੋ ਇਸੇ ਪ੍ਰਕਾਰ ਹੋਰ ਜਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਹਨ, ਬਦਾਮ, ਗਿਰੀਆਂ ਇਤਿਆਦਿਕ ਸਭ ਕੁਝ ਲੈ ਆਓ। ਲੰਗਰ ਕਰਨ ਲਗੇ ਨਰ ਖਰੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਸਾਰੀਆਂ ਰਸਤਾਂ ਬਸਤਾਂ ਲਿਆ ਕੇ ਬਹੁਤ ਸਾਰੇ ਸਿੰਘ ਇਕੱਤਰ ਹੋ ਕੇ ਲੰਗਰ ਦੀ ਤਿਆਰੀ ਕਰਨ ਲੱਗ ਪਏ। ਬਾਸਰ ਸਕਰੀਨ ਸਬਨੇ। ਸਾਰੀ ਰਾਤ ਹੀ ਭੋਜਨ ਬਣਦੇ ਰਹੇ। ਕਪੂਰ ਕਾ ਚੜੈ ਕੜਾਹੀ। ਕੜਾਹੇ ਚਾੜ ਦਿੱਤੇ ਗਏ, ਪੂੜੇ ਪੂੜੀਆਂ ਇਤਿਆਦਿਕ ਬਣਾਏ। ਹਰ ਤਿਆਰ ਧਰ ਕੋਸ਼ਣ ਕੋਸ਼ ਕਮਾਈ। ਤਿਆਰ ਕਰ ਕਰਕੇ ਕੋਠੇ ਭਰ ਭਰ ਕੇ ਰੱਖ ਲਏ। ਬਨੇ ਕਚੌਰੀ ਬਰੇ ਪਕੌੜੇ। ਬਹੁਤ ਸਾਰੀਆਂ ਕਚੌਰੀਆਂ, ਪਕੌੜੇ ਇਤਿਆਦਿਕ ਬਣਾਏ ਗਏ। ਦਾਲ ਮਸਾਲੇ ਦਦ ਮੈਂ ਗੋਰੇ। ਔਰ ਇਸੇ ਤਰ੍ਹਾਂ ਮਸਾਲੇ ਪਾ ਪਾ ਕੇ ਜਿਹੜੇ ਸਾਧ ਸੰਗਤ ਜੀ ਭੱਲੇ ਤਿਆਰ ਕੀਤੇ ਗਏ ਸਨ, ਬੜੇ ਤਿਆਰ ਕੀਤੇ ਗਏ ਸਨ, ਉਹ ਦਹੀਂ ਵਿੱਚ ਡੋਬੇ ਗਏ। ਦਿਲ ਮਨਾ ਕਰੋ ਧਾਇ ਸਭ ਜਾਵੋ। ਸਤਿਗੁਰੂ ਕਹਿੰਦੇ ਭਾਈ ਹੁਣ ਦੇਰੀ ਨਾ ਕਰੋ, ਤੁਸੀਂ ਕਾਹਲੀ ਕਰੋ, ਜਲਦੀ ਕਰੋ, ਦੇਰੀ ਨਾ ਕਰੋ ਬਿਲਕੁਲ ਵੀ। ਸਭ ਜਲਦੀ ਦੌੜ ਦੌੜ ਕੇ ਜਾਓ ਤੁਰਦੇ ਸੋਜ ਖਰੀਦ ਲਿਆਵੋ। ਔਰ ਸ਼ਹਿਰ ਦੇ ਵਿੱਚ ਜਾਓ, ਹੋਰ ਵੀ ਜਿਹੜੀ ਸਮੱਗਰੀ ਖਰੀਦ ਕੇ ਲਿਆਵੋ। ਦਇਆ ਸਿੰਘ ਅਰ ਧਰਮ ਸਿੰਘ ਸੁਨ। ਸੋ ਇੱਥੇ ਕਈ ਪਾਠਾਂਤਰ ਭੇਦ ਹੈ। ਜੋਧ ਸਿੰਘ ਔਰ ਧਰਮ ਸਿੰਘ ਵੀ ਲਿਖਿਆ ਹੋਇਆ ਹੈ, ਔਰ ਕਈਆਂ ਜਗ੍ਹਾ ਦੇ ਉੱਤੇ ਦਇਆ ਸਿੰਘ ਔਰ ਧਰਮ ਸਿੰਘ ਲਿਖਿਆ ਹੋਇਆ। ਦਇਆ ਸਿੰਘ ਜੀ ਕਿਉਂਕਿ ਪਹਿਲਾਂ ਸੱਚਖੰਡ ਪਿਆਨਾ ਕਰ ਚੁੱਕੇ ਹਨ, ਪਿੱਛੇ ਪ੍ਰਸੰਗ ਆਪਾਂ ਸਰਵਣ ਕਰ ਲਿਆ ਹੈ। ਸੋ ਜਾਂ ਤਾਂ ਇੱਥੇ ਕੋਈ ਹੋਰ ਦਇਆ ਸਿੰਘ ਨਾਮ ਦਾ ਸਿੱਖ ਹੋਵੇਗਾ, ਤੇ ਜਾਂ ਫਿਰ ਭਾਈ ਜੋਧ ਸਿੰਘ ਅਤੇ ਧਰਮ ਸਿੰਘ ਆਦਿਕ ਜਿਹੜੇ ਸਿੰਘ ਉਹਨਾਂ ਨੇ ਜਦੋਂ ਸੁਣਿਆ। ਆਦ ਸੰਤੋਖ ਸਿੰਘ ਸਭ ਗੁਣ ਗੁਣ। ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਗੁਰੂ ਮਹਾਰਾਜ ਨੇ ਲਾਈ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਸਾਡੇ ਸੱਚਖੰਡ ਪਿਆਨੇ ਵਾਲੀ ਜਗ੍ਹਾ ਤੇ ਧੂਪ ਬੱਤੀ ਕਰਨੀ, ਲੰਗਰ ਚਲਾਉਣਾ ਹੈ ਸਾਡੇ ਤੋਂ ਬਾਅਦ, ਇਤਿਆਦਿਕ ਜਿਹੜੇ ਸਾਰੇ ਸਿੰਘ ਸਨ ਸੋਚ ਸੋਚ ਕੇ ਲੈ ਗਨ ਧਨਕ ਨਗਰ ਪਰਵੇਛੇ। ਬਹੁਤ ਸਾਰਾ ਧਨ ਲੈ ਕੇ ਉਹ ਨਗਰ ਦੇ ਸ਼ਹਿਰ ਦੇ ਵਿੱਚ ਚਲੇ ਗਏ। ਰਸਦ ਖਰੀਦਨ ਕੀ ਨ ਵਸਿਸ਼ੇ। ਬਹੁਤ ਸਾਰੀਆਂ ਰਸਤਾਂ ਬਸਤਾਂ ਹੋਰ ਵਿਸ਼ੇਸ਼ ਕਰਕੇ ਖਰੀਦੀਆਂ। ਬੰਦ ਕੋਟ ਕੋਟੀ ਨ ਉਠਾਏ। ਪੰਡਾਂ ਬਨ ਬਨ ਕੇ ਜਿਹੜੇ ਭਾਰ ਉਠਾਉਣ ਵਾਲੇ ਸਨ ਉਹਨਾਂ ਦੇ ਸਿਰ ਤੇ ਰਖਾ ਦਿੱਤੀਆਂ। ਦੀਨ ਅਵਚਲ ਨਗਰ ਪਹੁੰਚਾਈ। ਉਹਨਾਂ ਨੇ ਇਹ ਸਾਰਾ ਸਾਜੋ ਸਮਾਨ ਅਵਚਲ ਨਗਰ ਨੰਦੇੜ ਸਾਹਿਬ ਵਿਖੇ ਪਹੁੰਚਾ ਦਿੱਤਾ। ਬਰਿੰਦ ਕਰਾਹੇ ਦੇ ਚੜਾਈ। ਵੱਡੇ ਵੱਡੇ ਕੜਾਹੇ ਜਿਹੜੇ ਸੀ ਸਾਧ ਸੰਗਤ ਉਹ ਚੜਾ ਦਿੱਤੇ ਗਏ। ਲਗ ਭਗਵਾਨ ਹੋਏ ਸਮੁਦਾਈ। ਔਰ ਬੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਨੇ ਸ਼ੁਰੂ ਹੋ ਗਏ। ਇਸ਼ਨਾਨ ਸਤਿ ਸਭ ਲਿਆਏ। ਸਭ ਨੇ ਇਸ਼ਨਾਨ ਪਾਨ ਕੀਤਾ ਤੇ ਬੜੀ ਸੁਚਮ ਦੇ ਨਾਲ ਲੈ ਕੇ ਆਏ। ਤਿਆਰ ਕੋ ਧਰੈ ਟਿਕਾਏ। ਤਿਆਰ ਕਰ ਕਰਕੇ ਤੇ ਟਕਾ ਟਕਾ ਕੇ ਰੱਖੀ ਜਾ ਰਹੇ ਹਨ। ਸੁਜਿੰਦ ਸਭ ਕੇ ਹੋਏ ਰਹੀ। ਪਰ ਸਾਰਿਆਂ ਦੇ ਜਿਹੜੇ ਚਿੱਤ ਹੈ ਉਹ ਚਿੰਤਾ ਦੇ ਸਹਿਤ ਹੋਏ ਪਏ ਹਨ, ਗੁਰੂ ਵੈਕੁੰਠ ਗਮਨ ਕੋ ਰਹੇ। ਕਿਉਂਕਿ ਸਤਿਗੁਰੂ ਨੇ ਦੱਸ ਜੋ ਦਿੱਤਾ ਹੈ ਕਿ ਭਾਈ ਪਹਿਲਾਂ ਅਸੀਂ ਭੰਡਾਰਾ ਕਰਨਾ ਹੈ, ਲੰਗਰ ਲਾਉਣਾ ਹੈ, ਮਹਾਭੋਜ ਕਰਨਾ ਹੈ, ਉਸ ਤੋਂ ਬਾਅਦ ਅਸੀਂ
ਸੱਚਖੰਡ ਚਲੇ ਜਾਣਾ ਹੈ, ਬੈਕੁੰਠ ਚਲੇ ਜਾਣਾ ਹੈ, ਸਾਡੇ ਅੰਤਮ ਸੰਸਕਾਰ ਦਾ ਸਾਰਾ ਸਾਜੋ ਸਮਾਨ ਲਿਆ ਕੇ ਰੱਖ ਲਓ। ਇਹ ਚੀਜ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਦੱਸ ਦਿੱਤੀਆਂ। ਇਸ ਕਰਕੇ ਸਾਰਿਆਂ ਦੇ ਮਨ ਜਿਹੜੇ ਹੈ ਸਿੱਖਾਂ ਦੇ ਉਹ ਬੜੀ ਚਿੰਤਾ ਦੇ ਸਹਿਤ ਹਨ। ਸੋਚਦੇ ਆ ਕਿ ਆ ਹਜੂਰ ਸਾਹਿਬ ਦੇ ਵਿੱਚ ਸਤਿਗੁਰੂ ਸਾਹਿਬ ਜੀ ਤਾਂ ਸੱਚਖੰਡ ਜਾਣ ਲੱਗੇ ਆ, ਸਾਡਾ ਕੌਣ ਵਾਲੀ ਵਾਰਸ ਹੋਵੇਗਾ ਤੇ ਅਸੀਂ ਕਿਸ ਦੇ ਦਰਸ਼ਨ ਨਿੱਤਾ ਪ੍ਰਤੀ ਕਰਿਆ ਕਰਾਂਗੇ, ਕਿਹਨੂੰ ਦੇਖਿਆ ਕਰਾਂਗੇ ਗੁਰੂ ਸਾਹਿਬ ਦੀ ਜਗ੍ਹਾ ਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਨ ਦੇ ਵਿੱਚ ਜਿਹੜਾ ਜ਼ਖਮ ਹੈ ਉਹਦੇ ਵਿੱਚ ਤਾਂ ਬਹੁਤਾ ਖੂਨ ਵਹਿ ਰਿਹਾ ਹੈ। ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਦੇਖਿਆ ਉਹ ਮਨ ਦੇ ਵਿੱਚ ਬੜੇ ਦੁਖੀ ਹੋ ਰਹੇ ਹਨ। ਪੱਟੀਆਂ ਬੰਨ ਬੰਨ ਕੇ ਉਪਚਾਰ ਇਲਾਜ ਤਾਂ ਕੀਤੇ, ਪਰ ਸਾਧ ਸੰਗਤ ਜੀ ਇਹ ਕੋਈ ਜ਼ਿਆਦਾ ਫਰਕ ਨਾ ਪਿਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਜ਼ਖਮ ਨੂੰ। ਤੇ ਇਸੇ ਪ੍ਰਕਾਰ ਚਾਰੇ ਦਿਸ਼ਾ ਤੋਂ ਹੀ ਜਿਹੜੇ ਆ ਗੁਰੂ ਕੇ ਸਿੰਘ ਸਤਿਗੁਰੂ ਜੀ ਦੇ ਨੇੜੇ ਤੇੜੇ ਖੜੇ ਆ, ਚੌਰ ਚਲਾਉਂਦੇ ਆ ਤਾਂ ਕਿ ਜ਼ਖਮ ਦੇ ਉੱਤੇ ਕੋਈ ਮੱਖੀ ਆਦਿਕ ਨਾ ਬੈਠੇ। ਜਦੋਂ ਸਾਧ ਸੰਗਤ ਜੀ ਇਹ ਤੀਜ ਦਾ ਦਿਨ ਬਤੀਤ ਹੋ ਗਿਆ, ਫਿਰ ਰਾਤ ਨੂੰ ਸਾਧ ਸੰਗਤ ਫਿਰ ਬਹੁਤ ਸਾਰੇ ਪਕਵਾਨ ਪਕਵਾਏ ਗਏ। ਸਾਰੇ ਲੋਕ ਇਕੱਠੇ ਹੋ ਕੇ, ਸੇਵਾਦਾਰ ਇਕੱਠੇ ਹੋ ਕੇ ਭੋਜਨ ਤਿਆਰ ਕਰਦੇ ਰਹੇ। ਸਵੇਰ ਹੋਣ ਤੱਕ ਬਹੁਤ ਸਾਰਾ ਭੋਜਨ ਤਿਆਰ ਹੋ ਗਿਆ। ਸਾਰਿਆਂ ਨੇ ਸ਼ੌਚਾਚਾਰ ਇਸ਼ਨਾਨ ਕੀਤਾ। ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਭਾਈ ਜਿਹੜੇ ਚਾਰੇ ਵਰਨ ਹੈ ਤੇ ਚਾਰੇ ਜਿਹੜੇ ਆਸ਼ਰਮ ਹਨ ਉਹਨਾਂ ਸਾਰੇ ਲੋਕਾਂ ਨੂੰ ਬੁਲਾਓ। ਚਾਰ ਵਰਨ ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ਼। ਚਾਰੇ ਵਰਨਾਂ ਦੇ ਲੋਕ, ਬ੍ਰਾਹਮਣ ਜਿਹੜੇ ਵੇਦ ਵਿਦਿਆ ਪੜ੍ਹਦੇ ਸਨ, ਤੇ ਸਾਧ ਸੰਗਤ ਜੀ ਛਤਰੀ ਜਾਂ ਖੱਤਰੀ ਉਹ ਜਿਹੜੇ ਸ਼ਸਤਰਧਾਰੀ ਹੁੰਦੇ ਸਨ, ਤੇ ਇਸੇ ਤਰ੍ਹਾਂ ਵੈਸ਼ ਜਿਹੜੇ ਕੋਈ ਦੁਕਾਨਦਾਰੀ ਵਪਾਰ ਕਰਦੇ ਸਨ, ਤੇ ਸ਼ੂਦਰ ਜਿਹੜੇ ਇਹਨਾਂ ਉੱਪਰਲੇ ਤਿੰਨਾਂ ਵਰਨਾਂ ਦੀ ਸੇਵਾ ਕਰਦੇ ਸਨ, ਹੱਥੀਂ ਕੰਮਕਾਰ ਕਰਦੇ ਸਨ। ਚਾਰੇ ਇਸ ਪ੍ਰਕਾਰ ਜਿਹੜੇ ਵਰਨਾਂ ਦੇ ਲੋਕ ਤੇ ਚਾਰ ਹੀ ਆਸ਼ਰਮ ਮੰਨੇ ਗਏ ਆ। ਪਹਿਲਾ ਆਸ਼ਰਮ 25 ਸਾਲ ਤੱਕ ਦੀ ਉਮਰ ਦਾ ਪੁਰਾਣੇ ਸਮਿਆਂ ਵਿੱਚ ਮੰਨਿਆ ਜਾਂਦਾ ਸੀ ਕਿ ਬ੍ਰਹਮਚਰਜ ਜਾਂ ਬ੍ਰਹਮਚਾਰਿਆ ਆਸ਼ਰਮ ਹੈ। ਉਸ ਤੋਂ ਬਾਅਦ 25 ਸਾਲਾਂ ਤੋਂ ਬਾਅਦ ਵਿਆਹ ਕਰ ਦਿੱਤਾ ਜਾਂਦਾ, ਸੰਤਾਨ ਪੈਦਾ ਹੁੰਦੀ। 50 ਸਾਲਾਂ ਤੱਕ ਇਹਨੂੰ ਗ੍ਰਸਥ ਆਸ਼ਰਮ ਮੰਨਿਆ ਜਾਂਦਾ ਸੀ। 50 ਤੋਂ 75 ਸਾਲ ਦੀ ਉਮਰ ਤੱਕ ਇਹ ਬਾਨਪ੍ਰਸਥੀ ਆਸ਼ਰਮ ਹੁੰਦਾ ਸੀ। ਰਹਿਣਾ ਪਰਿਵਾਰ ਦੇ ਵਿੱਚ ਹੀ, ਪਰ ਥੋੜ੍ਹਾ ਜਿਹਾ ਵੱਖਰੇ ਜਿਹੇ ਹੋ ਕੇ, ਕੋਈ ਜ਼ਿਆਦਾ ਜ਼ਿੰਮੇਵਾਰੀ ਨਹੀਂ, ਬਸ ਦੇਖ ਰੇਖ ਉੱਦਾਂ ਕਰਦੇ ਰਹਿਣਾ ਕਿ ਬੱਚੇ ਠੀਕ ਕੰਮਕਾਰ ਸੰਭਾਲ ਰਹੇ ਆ, ਜੇ ਕਿਤੇ ਲੋੜ ਪਵੇ ਤਾਂ ਬੋਲ ਕੇ ਦੱਸ ਦੇਣਾ। ਔਰ ਇਸ ਪ੍ਰਕਾਰ 75 ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਫਿਰ ਸਾਧ ਸੰਗਤ ਪੂਰਨ ਤੌਰ ਦੇ ਉੱਤੇ ਸੰਨਿਆਸ ਲੈ ਲਿਆ ਜਾਂਦਾ ਸੀ। ਇਸ ਪ੍ਰਕਾਰ ਇਹ ਚਾਰ ਆਸ਼ਰਮ ਹਨ ਤੇ ਚਾਰ ਪ੍ਰਕਾਰ ਦੇ ਵਰਨ ਹਨ। ਸਤਿਗੁਰੂ ਕਹਿੰਦੇ ਚਾਰੇ ਹੀ ਆਸ਼ਰਮਾਂ ਦੇ ਤੇ ਚਾਰੇ ਹੀ ਵਰਨਾਂ ਦੇ ਜਿਹੜੇ ਲੋਕ ਹਨ, ਸਭ ਕੋ ਕਹਿ ਦੀਜੈ ਇੱਕ ਵਾਰ। ਸਤਿਗੁਰੂ ਕਹਿੰਦੇ ਸਾਰਿਆਂ ਨੂੰ ਇੱਕੇ ਵਾਰ ਜਾ ਕੇ ਸੁਨੇਹਾ ਦਿਓ। ਸੋ ਸਾਰਿਆਂ ਨੂੰ ਹਕਾਰ ਕੇ ਲੈ ਕੇ ਆਓ, ਬੁਲਾ ਕੇ ਸੱਦਾ ਦੇ ਕੇ ਲੈ ਕੇ ਆਓ, ਬਿਠਾਓ ਪੰਗਤਾਂ ਵਿੱਚ। ਦੇਰੀ ਨਾ ਕਰੋ, ਆ ਕੇ ਜਲਦੀ ਭੋਜਨ ਪ੍ਰਸ਼ਾਦਾ ਛਕੋ। ਸਤਿਗੁਰੂ ਸਾਹਿਬ ਜੀ ਨੇ ਸਭ ਦੇ ਵਾਸਤੇ ਖੁੱਲ੍ਹਾ ਲੰਗਰ ਲਾਇਆ ਹੈ। ਸਤਿਗੁਰੂ ਜੀ ਦਾ ਇਹ ਹੁਕਮ ਸੁਣ ਕੇ ਬਹੁਤ ਸਾਰੇ ਲੋਕ ਦੌੜ ਕੇ ਗਏ। ਜਾ ਜਾ ਕੇ ਸਭ ਦੇ ਕੰਨੀ ਸੁਣਾਈ ਇਹ ਖਬਰ। ਕਹਿੰਦੇ ਸਤਿਗੁਰੂ ਨੇ ਮਹਾਯੱਗ ਕੀਤਾ, ਭੋਜਨ ਛਕਣ ਵਾਸਤੇ ਆਓ ਸਾਰੇ। ਬਿਲਕੁਲ ਤਿਆਰ ਹੈ ਭੋਜਨ, ਤਿਆਰ ਜਾਣੋ, ਬਿਲਕੁਲ ਦੇਰੀ ਨਾ ਕਰੋ, ਜਲਦੀ ਆ ਜਾਓ। ਸੁਣ ਸੁਣ ਕੇ ਸਿੰਘਾਂ ਦੇ ਸੁਨੇਹੇ, ਜਿੰਨੇ ਕੋਈ ਸਾਧੂ ਸਨ, ਜਿੰਨੇ ਸੰਤ ਸਨ, ਜਿੰਨੇ ਫਕੀਰ ਸਨ,
ਸੋ ਸਾਰੇ ਹੀ ਆ ਗਏ। ਤਿਜ ਆਦਿ ਆਏ ਤਰ ਪ੍ਰੀਤ। ਬ੍ਰਾਹਮਣ ਆਦਿਕ ਸਾਰੇ ਹੀ ਪ੍ਰੀਤੀ ਧਾਰ ਕੇ ਪ੍ਰੇਮ ਧਾਰ ਕੇ ਆਏ। ਗੁਰ ਕਰ ਕੋ ਗੁਣ ਕਾਜੋ ਖਾਏ। ਸਾਰਿਆਂ ਦੇ ਮਨ ਦੇ ਵਿੱਚ ਭਾਵਨਾ ਹੈ ਕਿ ਗੁਰੂ ਘਰ ਦਾ ਤਾਂ ਜੇ ਇੱਕ ਕੁਣਕਾ ਮਾਤਰ ਵੀ ਛਕ ਲਈਏ, ਪ੍ਰਸ਼ਾਦ ਛਕ ਲਈਏ, ਪਾਵਨ ਤਨ ਮਨ ਤੇ ਹੋਏ ਜਾਏ। ਤਾਂ ਮਨ ਅਤੇ ਤਨ ਜਿਹੜਾ ਇਹ ਪਵਿੱਤਰ ਹੋ ਜਾਂਦਾ ਹੈ। ਕਿਉਂਕਿ ਇਹ ਭਾਵਨਾ ਹੈ ਗੁਰੂ ਘਰ ਦੇ ਖਾਣੇ ਦੇ ਉੱਤੇ, ਗੁਰੂ ਘਰ ਦੇ ਭੋਜਨ ਦੇ ਉੱਤੇ। ਅੱਜ ਵੀ ਆਪਾਂ ਜਦੋਂ ਪ੍ਰਸ਼ਾਦ, ਔਰ ਪੁਰਾਤਨ ਸਮਿਆਂ ਤੋਂ ਹੀ ਸਾਡੇ ਬਜ਼ੁਰਗ ਜਦੋਂ ਪ੍ਰਸ਼ਾਦ ਲੈਣਾ ਤੇ ਸਾਧ ਸੰਗਤ ਜੀ ਪਹਿਲਾਂ ਪ੍ਰਸ਼ਾਦ ਨੂੰ ਮੱਥਾ ਟੇਕਣਾ। ਅੱਜ ਵੀ ਆਪਾਂ ਜਦੋਂ ਪ੍ਰਸ਼ਾਦ ਲੈਂਦੇ ਹਾਂ ਤੇ ਪਹਿਲਾਂ ਆਪਾਂ ਨੂੰ ਦੋਵੇਂ ਹੱਥਾਂ ਨੂੰ ਮੱਥੇ ਨਾਲ ਲਾਉਂਦੇ ਹਾਂ। ਸਨਮਾਨਯੋਗ ਹੈ, ਗੁਰੂ ਘਰ ਦਾ ਪ੍ਰਸ਼ਾਦ ਹੈ, ਇਹਦੇ ਵਿੱਚ ਗੁਰੂ ਦੀ ਕਿਰਪਾ ਹੈ। ਸੋ ਸਾਰੇ ਸੋਚਦੇ ਆ ਕਿ ਗੁਰੂ ਘਰ ਦੇ ਅੰਨ ਦਾ ਕਿਣਕਾ ਵੀ ਛਕ ਲਿਆ ਤੇ ਜਿਹੜਾ ਤਨ ਅਤੇ ਮਨ ਦੋਵੇਂ ਪਵਿੱਤਰ ਹੋ ਜਾਂਦੇ ਹਨ। ਇਮ ਮਨ ਜਾਣ ਵਰਨ ਜੋ ਚਾਰ। ਇਸ ਪ੍ਰਕਾਰ ਮਨ ਦੇ ਵਿੱਚ ਜਾਣ ਕੇ ਜਿਹੜੇ ਚਾਰੇ ਪ੍ਰਕਾਰ ਦੇ ਵਰਣ ਸਨ, ਆਸ਼ਰਮ ਚਾਰੋਂ ਕਰਨ ਆਰ। ਔਰ ਚਾਰੇ ਪ੍ਰਕਾਰ ਦੇ ਹੀ ਆਸ਼ਰਮਾਂ ਦੇ ਲੋਕ ਭੋਜਨ ਛਕਣ ਵਾਸਤੇ ਆਏ। ਅਮਰ ਦੇਖ ਧਾਰੀ ਸਭ ਆਏ। ਹੋਰ ਬਾਕੀ ਜਿੰਨੇ ਵੀ ਭੇਖਾਂ ਦੇ ਲੋਕ ਸਨ, ਜਿੱਥੇ ਜਿੱਥੇ ਸੱਦੇ ਮਿਲੇ ਸਾਰੇ ਚੱਲ ਕੇ ਆਏ। ਅਬਚਲ ਨਗਰ ਭੀੜ ਸਮੁਦਾਏ। ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਬਹੁਤ ਸਾਰਾ ਇਕੱਠ ਹੋ ਗਿਆ। ਇਕ ਦਰਸੈ ਜਿਆਵੇਂ ਚਲੇ। ਇੱਕ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ ਤੇ ਇੱਕ ਹੋਰ ਲੋਕ ਦਰਸ਼ਨਾਂ ਨੂੰ ਚੱਲੇ ਆ ਰਹੇ ਹਨ। ਇਕ ਬੈਠੇ ਪੰਕਤ ਕਰ ਭਲੇ। ਤੇ ਜਿਨ੍ਹਾਂ ਨੇ ਦਰਸ਼ਨ ਕਰ ਲਏ ਉਹ ਪੰਗਤੀਆਂ ਲਾ ਕੇ ਭਲੀ ਪ੍ਰਕਾਰ ਕਰਕੇ ਸਜ ਕੇ ਬੈਠ ਗਏ ਹਨ ਕਿ ਭੋਜਨ ਪ੍ਰਸ਼ਾਦਾ ਵਰਤੇਗਾ। ਸੋ ਜਿਵੇਂ ਗੁਰੂ ਕੇ ਸਿੰਘ ਇਹਨਾਂ ਸਾਰੇ ਇਕੱਠੇ ਹੋਏ ਲੋਕਾਂ ਨੂੰ ਇਸ ਮਹਾਯੱਗ ਦੇ ਵਿੱਚੋਂ ਭੋਜਨ ਪ੍ਰਸ਼ਾਦਾ ਅਨੇਕਾਂ ਪ੍ਰਕਾਰ ਦੇ ਪਦਾਰਥ ਵਰਤਾਉਣਗੇ। ਇਹ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰੀਏ। ਅਰਦਾਸ ਵਿੱਚ ਹਾਜ਼ਰੀ ਲਵਾਈਏ। ਇਕ ਦਰਸੈ ਇਕ ਆਵੇ ਚਲੀ। ਇੱਕ ਬੈਠੇ ਪੰਕਤ ਕਰ ਭਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।